ਦੀ ਆਤਮਿਕ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬਿਰਾਜਮਾਨ ਗੁਰੂ ਰੂਪ ਗੁਰੂ ਸਵਾਰੀ ਖਾਲਸਾ ਰੂਪ ਸਤ ਸੰਗਤ ਜੀਓ, ਅਸੀਂ ਸਫਰ ਸ਼ਹਾਦਤ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੋ ਇਹ 6 ਤਰੀਕ ਤੋਂ ਲੈ ਕੇ ਤੇ 13 ਪੋਹ ਤੱਕ 6 ਪੋਹ ਤੋਂ ਆਰੰਭਤਾ ਹੋ ਕੇ 13 ਪੋਹ ਤੱਕ ਜਿਸ ਤਰ੍ਹਾਂ ਉਹਨਾਂ ਦਾ ਪਰਿਵਾਰ ਵਿਛੜਦਾ ਹੈ, ਜੋ ਕੁਛ ਵੀ ਹੁੰਦਾ ਹੈ, ਉਸ ਇਤਿਹਾਸ ਦੀ ਸਮੇਂ ਦੇ ਅਨੁਸਾਰ ਹੋ ਕੇ ਮੈਂ ਆਪ ਜੀ ਦੇ ਨਾਲ ਸਾਂਝ ਪਾਉਣੀ ਹੈ। ਕੁਛ ਗੁਰਬਾਣੀ ਗੁਰਮਤਿ ਦਾ ਫਲਸਫਾ ਨਾਲ ਲੈ ਕੇ ਚੱਲਾਂਗੇ। ਆਪ ਜੀ ਭਾਵਨਾ ਬਣਾਇਓ, ਇਕਾਗਰਤਾ ਜ਼ਰੂਰ ਬਣਾ ਕੇ ਰੱਖਿਓ। ਕਈ ਵਾਰ ਤਨ ਤੇ ਹਾਜ਼ਰ ਹੁੰਦਾ ਹੈ ਪਰ ਮਨ ਹਾਜ਼ਰ ਨਹੀਂ ਹੁੰਦਾ। ਕੋਸ਼ਿਸ਼ ਇਹ ਕਰਿਓ ਕਿ ਮਨ ਨਾ ਥਿੜਕੇ, ਸੁਰਤ ਨਾ ਕਿਤੇ ਥਿੜਕੇ, ਸ਼ਬਦ ਤੋਂ ਬਾਹਰ ਨਾ ਜਾਵੇ। ਮੇਰਾ ਗੁਰੂ ਕਿਰਪਾ ਕਰੇ, ਮਿਹਰ ਭਰਿਆ ਹੱਥ ਰੱਖ ਕੇ ਕਥਾ ਵਿਚਾਰ ਕਰਵਾ ਲਵੇ। ਆਪ ਜੀ ਅਸੀਸ ਦਿਓ, ਸਨਿਮਰ ਫਤਿਹ ਦੀ ਸਾਂਝ ਪਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਅਸੀਂ ਇਤਿਹਾਸ ਦੀ ਗੱਲ ਕਰਦੇ ਹਾਂ ਤੇ ਅਸੀਂ ਇਤਿਹਾਸ ਸੁਣਦੇ ਹਾਂ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਤਿਹਾਸ ਨੂੰ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਸੁਣਦੀਆਂ ਨੇ। ਪਰ ਪਿਆਰਿਓ, ਮੈਂ ਪਹਿਲਾਂ ਇਹ ਗੱਲ ਥੋੜੀ ਜਿਹੀ ਬੇਨਤੀ ਕਰ ਦੇਵਾਂ ਕਿ ਇਤਿਹਾਸ ਕੱਲਾ ਸੁਣਨ ਦੇ ਲਈ ਨਹੀਂ ਹੁੰਦਾ, ਇਤਿਹਾਸ ਸਿੱਖਣ ਦੇ ਲਈ ਹੁੰਦਾ ਹੈ। ਇਤਿਹਾਸ ਸਾਨੂੰ ਸਿਖਾਉਂਦਾ ਹੈ। ਔਰ ਇਹ ਵੀ ਗੱਲ ਕਹਿ ਦਵੇ ਦਾਸ ਕਿ ਇਤਿਹਾਸ ਤੁਹਾਡੇ ਜ਼ਮੀਰ ਨੂੰ ਵੀ ਅੰਦਰੋਂ ਹੋਕਾ ਇੱਕ ਆਵਾਜ਼ ਦਿੰਦਾ ਏ ਕਿ ਭਾਈ ਤੇਰਾ ਇਤਿਹਾਸ ਤੈਨੂੰ ਵੰਗਾਰ ਕੇ ਇਹ ਗੱਲ ਕਹਿੰਦਾ ਪਿਆ ਏ ਤੇ ਤੂੰ ਦੇਖ ਆਪਣੇ ਆਪ ਨੂੰ ਕਿੱਥੇ ਕੁ ਖੜਾ ਕੀਤਾ ਹੋਇਆ। ਦੋ ਕੁ ਚੀਜ਼ਾਂ, ਇਤਿਹਾਸ ਜਗਾਉਂਦਾ ਹੈ ਬੰਦੇ ਨੂੰ ਅੰਦਰੋਂ। ਹਾਲਾਂਕਿ ਚਲੋ ਸਰੋਤੇ ਵੀ ਕਈ ਤਰ੍ਹਾਂ ਦੇ ਹੁੰਦੇ ਨੇ, ਕੁਛ ਬਾਣੀ ਸੁਣਨ ਵਾਲੇ, ਕੁਛ ਇਤਿਹਾਸ ਸੁਣਨ ਵਾਲੇ, ਚਲੋ ਕਿਸੇ ਤਰ੍ਹਾਂ ਦੇ ਵੀ ਹੋਣ, ਪਰ ਨਾਲ ਨਾਲ ਸਰੋਤਾ ਇਸ ਤਰ੍ਹਾਂ ਦਾ ਹੋਵੇ ਕਿ ਜੋ ਕੰਨਾਂ ਰਾਹੀਂ ਸੁਣਦਾ ਹੈ ਉਹ ਕੰਨਾਂ ਰਾਹੀਂ ਸੁਣ ਕੇ ਆਪਣੇ ਅੰਦਰ ਜਜ਼ਬ ਕਰਦਾ ਜਾਵੇ। ਇੱਕ ਤੇ ਬੁੱਧੀ ਹੁੰਦੀ ਨਰਮਦਾ, ਨਰਮਦਾ ਬੁੱਧੀ ਪਿਆਰਿਓ ਉਹ ਹੁੰਦੀ ਹੈ ਜਿਵੇਂ ਇੱਕ ਰਬੜ ਤੁਸੀਂ ਦੇਖਦੇ ਹੋ, ਉਹਦੇ ਵਿੱਚ ਸੂਈ ਮਾਰੋ ਤੇ ਉਹ ਥੋੜਾ ਕੁ ਚਿਰ ਸੁਰਾਖ ਰਹਿੰਦਾ ਹੈ, ਪਰ ਜਦੋਂ ਸੂਈ ਕੱਢ ਦੋ ਤੇ ਥੋੜ ਚਿਰ ਬਾਅਦ ਫਿਰ ਸੁਰਾਖ ਮਿਟ ਜਾਂਦਾ ਹੈ, ਖਤਮ ਹੋ ਜਾਂਦਾ ਹੈ। ਇੱਕ ਬੁੱਧੀ ਹੁੰਦੀ ਤੇਲੀਆ ਬੁੱਧੀ, ਵਿਦਵਾਨਾਂ ਨੇ ਵੰਡ ਕੀਤੀ। ਤੇਲੀਆ ਬੁੱਧੀ ਪਿਆਰਿਓ ਉਹ ਹੁੰਦੀ ਹੈ ਕਿ ਜਿਵੇਂ ਤੁਸੀਂ ਪਾਣੀ ਦੇ ਉੱਪਰ ਤੇਲ ਪਾਓ ਤੇ ਸਾਰੇ ਪਾਣੀ ਦੇ ਵਿੱਚ ਫੈਲ ਜਾਂਦਾ ਹੈ ਤੇਲ। ਸਿੱਖ ਦੀ ਬੁੱਧੀ ਕਦੇ ਨਰਮਦਾ ਬੁੱਧੀ ਇਸ ਤਰੀਕੇ ਦੇ ਨਾਲ ਨਾ ਹੋਵੇ। ਸਿੱਖ ਦੀ ਬੁੱਧੀ ਹਮੇਸ਼ਾ ਤੇਲੀਆ ਬੁੱਧੀ ਹੋਵੇ। ਉਹ ਜੋ ਸੁਣਦਾ ਹੈ, ਬਾਣੀ ਸੁਣੇ, ਇਤਿਹਾਸ ਸੁਣੇ, ਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਇਹ ਕੱਲਾ ਸੁਣਨ ਤੱਕ ਵੀ ਸੀਮਤ ਨਹੀਂ, ਪੜਨ ਤੱਕ ਵੀ ਸੀਮਤ ਨਾ ਰਵੇ। ਜੇ ਕੋ ਖਾਵੈ ਜੇ ਕੋ ਪੁੰਚੈ, ਖੁਰਾਕ ਛਕ ਹਰੇਕ ਇਨਸਾਨ ਲੈਂਦਾ ਹੈ, ਪਰ ਪਿਆਰਿਓ ਪਚਾਉਂਦਾ ਹਰ ਕੋਈ ਨਹੀਂ ਜੇ। ਮੈਂ ਇਸ ਕਰਕੇ ਥੋੜੀ ਜਿਹੀ ਬੇਨਤੀ ਕਰ ਰਿਹਾ ਕਿ ਰੂਹਾਨੀਅਤ ਦੀ ਖੁਰਾਕ ਜਦੋਂ ਅਕਾਲ ਪੁਰਖ ਵਾਹਿਗੁਰੂ ਕਿਸੇ ਉੱਪਰ ਬਖਸ਼ਿਸ਼ ਕਰੇ, ਇੱਥੇ ਆਪਣਾ ਮਾਣ ਨਹੀਂ ਕਦੇ ਵੀ ਜਤਾਉਣਾ। ਇਹ ਮਤ ਸਮਝਿਓ, ਜਦੋਂ ਤੁਸੀਂ ਮੂਲ ਮੰਤਰ ਪੜ੍ਹਦੇ ਹੋ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ,
ਇਹ ਸਾਰੇ ਗੁਰੂ ਪਾਤਸ਼ਾਹ ਜੀ ਨੇ ਅਕਾਲ ਪੁਰਖ ਦੇ ਗੁਣ ਦਰਸਾਏ ਨੇ। ਤੇ ਫਿਰ ਕਹਿੰਦੇ ਇੰਨੇ ਗੁਣਾਂ ਦਾ ਮਾਲਕ ਬੰਦਿਆਂ ਮਿਲਦਾ ਕਿਵੇਂ ਆ? ਕਿ ਚਲਾਕੀਆਂ ਨਾਲ, ਚਤਰਿਆਪਾਂ ਨਾਲ, ਸਿਆਣਪਾਂ ਨਾਲ? ਕਹਿੰਦੇ ਨਹੀਂ, ਗੁਰ ਪ੍ਰਸਾਦ ਐਸਾ ਅਕਾਲ ਪੁਰਖ ਪ੍ਰਾਪਤ ਹੁੰਦਾ ਹੈ, ਅਕਾਲ ਪੁਰਖ ਦੀ ਬਖਸ਼ਿਸ਼ ਦੇ ਨਾਲ। ਥੋੜੀ ਜੀ ਦਾਸ ਬੇਨਤੀ ਕਰਨ ਲੱਗਾ, ਮੈਂ ਇਸ ਕਰਕੇ ਸ਼ਬਦ ਕਹੇ ਕਿ ਰੂਹਾਨੀਅਤ ਦੀ ਖੁਰਾਕ ਕਮਾਈ ਵਾਲੀਆਂ ਬੜੀਆਂ ਰੂਹਾਂ ਹੁੰਦੀਆਂ ਨੇ, ਤੇ ਕਮਾਈ ਵਾਲੀਆਂ ਰੂਹਾਂ ਇਹ ਨਹੀਂ ਕਿ ਅੱਜ ਹੈ ਨਹੀਂ, ਹੈ ਵੀ ਨੇ। ਜਦੋਂ ਅਸੀਂ ਸੰਤ ਬਿਰਤੀ ਦੀ ਗੱਲ ਕਰਦੇ ਹਾਂ ਤੇ ਕਈ ਵਾਰ ਕਹਿੰਦੇ ਨਹੀਂ ਅੱਜ ਤੇ ਸਾਰੇ ਠੱਗ ਨੇ। ਨਹੀਂ ਪਿਆਰਿਓ, ਕਦੇ ਵੀ ਇੱਕ ਪਾਸੜ ਹੋ ਕੇ ਫੈਸਲਾ ਨਾ ਕਰੋ। ਮੈਨੂੰ ਮਸਕੀਨ ਜੀ ਦੇ ਬੋਲ ਯਾਦ ਆਉਂਦੇ ਨੇ, ਕਹਿੰਦੇ ਸਤਿਯੁਗ ਦਾ ਸਮਾਂ ਹੁੰਦਾ ਸੀ, ਜੇ ਇੱਕ ਘਰ ਦੇ ਵਿੱਚ ਵਾਹਿਗੁਰੂ, ਇੱਕ ਗਲੀ ਦੇ ਵਿੱਚ 10 ਘਰ ਨੇ ਤੇ 10 ਘਰਾਂ ਦੇ ਵਿੱਚੋਂ 9 ਘਰ ਗੁਰਮੁਖ ਸੰਤ ਪਿਆਰਿਆਂ ਦੇ ਹੁੰਦੇ ਸੀ, ਇੱਕ ਘਰ ਚੋਰ ਦਾ ਹੁੰਦਾ ਸੀ। ਅੱਜ ਗੱਲ ਥੋੜੀ ਜਿਹੀ ਉਲਟੀ ਕਰਕੇ ਕਹਿ ਲਓ ਕਿ ਕਲਯੁਗ ਦਾ ਸਮਾਂ ਹੈ, ਇੱਕ ਗਲੀ ਦੇ ਵਿੱਚ 10 ਘਰ ਨੇ ਤੇ 9 ਘਰ ਚੋਰਾਂ ਦੇ ਨੇ, ਪਰ ਇੱਕ ਘਰ ਗੁਰਮੁਖ ਸੰਤ ਬਿਰਤੀ ਵਾਲੇ ਦਾ ਜ਼ਰੂਰ ਹੋਵੇਗਾ ਔਰ ਹੁੰਦਾ ਹੈ। ਰੂਹਾਨੀਅਤ ਦੀ ਖੁਰਾਕ ਛਕਣੀ, ਤੇ ਜਦੋਂ ਕੋਈ ਨਿਤਨੇਮ ਕਰੇ, ਬੰਦਗੀ ਕਰੇ, ਸਿਮਰਨ ਕਰੇ, ਤੇ ਕਦੇ ਇਹ ਨਾ ਕਵੇ ਬਾਹਰ ਜਾ ਕੇ ਕਿ ਮੇਰੇ ਵਰਗੀ ਸੇਵਾ ਕੋਈ ਨਹੀਂ ਕਰਦਾ, ਮੇਰੇ ਵਰਗਾ ਸਿਮਰਨ ਕੋਈ ਨਹੀਂ ਕਰਦਾ। ਇਸੇ ਨੂੰ ਬਾਣੀ ਨੇ ਕਿਹਾ, ਜੇ ਕੋ ਖਾਵੇ, ਖਾ ਤੇ ਹਰ ਕੋਈ ਇਨਸਾਨ ਲੈਂਦਾ ਹੈ, ਜੇ ਕੋ ਪੁੰਚੈ। ਹਾਲਾਂਕਿ ਰੂਹਾਨੀਅਤ ਦੀ ਖੁਰਾਕ ਤੇ ਖਾਣੀ ਵੀ ਬੜੀ ਔਖੀ, ਇਹ ਹਰ ਕੋਈ ਨਹੀਂ ਛਕਦਾ ਇਹਨੂੰ। ਔਖਾ ਕੰਮ ਕੋਈ ਬੁਰੇ ਪਾਸੇ ਵੱਲ ਨੂੰ ਜਾਣਾ ਹੋਵੇ ਤੇ ਬੰਦਾ ਦੌੜ ਕੇ ਜਾਂਦਾ ਹੈ, ਜੇ ਚੰਗਾ ਕਦਮ ਚੰਗੇ ਪਾਸੇ ਵੱਲ ਨੂੰ ਤੁਰਨਾ ਹੋਵੇ ਤੇ ਬੰਦਾ 100 ਬਹਾਨੇ ਬਣਾਉਂਦਾ ਹੈ, ਕਰਾਂ ਕਿ ਨਾ ਕਰਾਂ। ਤੇ ਗੁਰੂ ਪਾਤਸ਼ਾਹ ਕਹਿੰਦੇ ਜੇ ਕੋ ਖਾਵੇ, ਜੇ ਕੋ ਪੁੰਚੈ, ਤਿਸਕਾ ਹੋਏ ਉਧਾਰੋ। ਇੱਥੇ ਉਧਾਰ ਉਹਦਾ ਹੁੰਦਾ ਹੈ ਜਿਹਨੂੰ ਪਚਾਉਣ ਦੀ ਜਾਚ ਆ ਜਾਵੇ, ਜਿਹਨੂੰ ਪਚਾਉਣ ਦੀ ਜਾਚ ਨਾ ਆਵੇ ਉਹਦਾ ਉਧਾਰ ਨਹੀਂ ਹੁੰਦਾ। ਜਦੋਂ ਤੁਸੀਂ ਬਾਣੀ ਪੜ੍ਹਦੇ ਹੋ, ਚਲੋ ਭਾਈ ਸਾਹਿਬ ਹੁਣਾਂ ਨੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸ਼ਬਦ ਪੜ੍ਹੇ, ਸ਼ਲੋਕ ਪੜ੍ਹੇ, ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇੱਕ ਸ਼ਬਦ ਜਿਹੜਾ ਦਾਸ ਨੇ ਮੰਗਲ ਦੇ ਰੂਪ ਦੇ ਵਿੱਚ ਉਚਾਰਨ ਕੀਤਾ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨ, ਸੁਖ ਸਨੇਹ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਨ। ਹੁਣ ਇਹ ਸ਼ਬਦ ਜੇਕਰ ਮੈਂ ਜਿੰਨੇ ਆਸਾਨ ਤਰੀਕੇ ਦੇ ਨਾਲ ਬੋਲ ਰਿਹਾ ਹਾਂ, ਪਰ ਇਹਨੂੰ ਕਮਾਉਣਾ ਬਹੁਤ ਔਖਾ ਹੈ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਦੇ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਕੋਈ ਐਸੀ ਬਿਰਤੀ ਦਾ ਮਾਲਕ। ਤੇ ਇੱਥੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇਨਸਾਨ ਦੀ ਸੁਰਤ ਦੀ ਗੱਲ ਕੀਤੀ ਹੈ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇਹ ਜੀਵਨ ਨੂੰ ਤੁਸੀਂ ਪੜ੍ਹਦੇ ਹੋ, ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣਾ ਕਿਲਾ ਛੱਡਦੇ ਨੇ, ਆਨੰਦਪੁਰ ਨੰਦਾਂ ਦੀ ਪੁਰੀ ਨੂੰ ਛੱਡਦੇ ਨੇ। ਪਰ ਸੱਚ ਕਰਕੇ ਜਾਣ ਕੇ ਵੇਖੋ, ਤੁਸੀਂ ਸਾਰਾ ਇਤਿਹਾਸ ਪੜ੍ਹ ਕੇ ਵੇਖਿਓ, ਧੰਨ ਗੁਰੂ ਤੇਗ ਬਹਾਦਰ ਸਾਹਿਬ ਤੋਂ ਲੈ ਕੇ ਜਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣਾ ਘਰ ਛੱਡਿਆ, ਪਰਿਵਾਰ ਛੱਡਿਆ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੀ ਸੁਰਤ ਨੂੰ ਕਦੇ ਨੀਵਿਆਂ ਨਹੀਂ ਹੋਣ ਦਿੱਤਾ। ਇੱਥੇ ਖੇਡ ਸੁਰਤ ਦੀ ਹੈ ਕਿ ਸਿੱਖ ਦੀ ਸੁਰਤ ਕਿੰਨੀ ਉੱਚੀ ਹੋਣੀ ਚਾਹੀਦੀ ਹੈ। ਮੈਂ ਇਸ ਕਰਕੇ ਸ਼ਬਦ ਲਿਆ ਕਿ ਜਦੋਂ ਗੁਰੂ ਸਾਹਿਬ ਦਾ ਇਤਿਹਾਸ ਪੜ੍ਹੋਗੇ, ਗੁਰੂ ਨੇ ਇੱਕੋ ਗੱਲ ਕਹੀ ਹੈ ਕਿ ਬੰਦਿਆ ਆਪਣੀ ਸੁਰਤ ਨੂੰ ਉੱਚੀਆਂ ਕਰ ਲੈ। ਜਦੋਂ ਦਾਸ ਥੋੜਾ ਜਿਹਾ ਪਿੱਛੇ ਚੱਲ ਕੇ ਅੱਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜਾ ਲੰਘ ਕੇ ਗਿਆ ਹੈ, ਤੇ ਜਦੋਂ ਤੁਸੀਂ ਭਾਈ ਮਤੀ ਦਾਸ ਦਾ ਇਤਿਹਾਸ ਦੇਖਦੇ ਹੋ, ਸਿਰ ਤੇ ਆਰਾ ਰੱਖਿਆ ਜਾਂਦਾ। ਮੈਂ ਕਹਿੰਦਾ ਕਿੰਨੀ ਉਸ ਪਿਆਰੇ ਦੀ ਸੁਰਤ ਉੱਚੀ ਹੋਵੇਗੀ ਕਿ ਆਰਾ ਸਿਰ ਤੇ ਚੱਲਣਾ ਹੈ। ਪਤਾ ਹੈ ਕਿ ਹੁਣ ਸਰੀਰ ਟੋਟੇ ਟੋਟੇ ਹੋਣਾ ਹੈ, ਦੋ ਪਾਸੇ ਦੋ ਫਾੜ ਟੁਕੜੇ ਹੋ ਜਾਣੇ ਨੇ, ਪਰ ਉਸ ਗੁਰਮੁਖ ਪਿਆਰੇ ਨੇ ਆਪਣੀ ਸੁਰਤ ਨੂੰ ਡਿੱਗਣ ਨਹੀਂ ਦਿੱਤਾ। ਇੱਕ ਸ਼ਾਇਰ ਦੇ ਬੜੇ ਸੋਹਣੇ ਬੋਲ ਨੇ, ਉਹ ਕਹਿੰਦਾ ਇੱਕ ਨੁਕੜੇ ਖੜਾ ਜਲਾਦ ਆਖੇ, ਮਤੀ ਦਾਸ ਨਾ ਦੂਸਰੀ ਗੱਲ ਹੋਵੇ, ਆਖਰੀ ਇੱਛਾ ਹੀ ਤੇ ਦੱਸ ਕੋਈ, ਪੂਰੀ ਇਸੇ ਵੇਲੇ ਘੜੀ ਪਲ ਹੋਵੇ। ਹੁਣ ਇੱਥੇ ਮਤੀ ਦਾਸ ਦੀ ਸੁਰਤ ਵੇਖਿਓ, ਕਹਿੰਦੇ ਮਤੀ ਦਾਸ ਮੋੜਵਾਂ ਜਵਾਬ ਦਿੱਤਾ, ਸਦਰ ਮੇਰੀ ਜੇ ਇੱਕ ਹੱਲ ਹੋਵੇ, ਜਦੋਂ ਮੇਰੇ ਸੀਸ ਉੱਤੇ ਚੱਲੇ ਆਰਾ,
मेरा मुख गुर पिंजरे वल होवे। ਇਹ ਮਤੀ ਦਾਸ ਦੀ ਸੁਰਤ ਹੈ। ਜਦੋਂ ਤੁਸੀਂ ਦੁੱਖ ਦੀ ਗੱਲ ਕਰਦੇ ਹੋ, ਚਲੋ ਥੋੜਾ ਜਿਹਾ ਮਨੋਵਿਗਿਆਨ ਦੇ ਤੌਰ ਤੇ ਸੋਚ ਕੇ ਵੇਖੀਏ, ਜਦੋਂ ਕਿਤੇ ਤੁਹਾਡੀ ਉਂਗਲ ਤੇ ਰੱਬ ਨਾ ਕਰੇ ਕਿਤੇ ਫੱਟ ਲੱਗਦਾ ਹੈ, ਤੇ ਜਿੰਨੀ ਦੇਰ ਉਹ ਉਂਗਲ ਫੱਟ ਲੱਗੇ ਨੂੰ ਤੁਸੀਂ ਅੱਖਾਂ ਨਾਲ ਨਹੀਂ ਵੇਖ ਲੈਂਦੇ, ਉਨੀ ਦੇਰ ਕਈ ਵਾਰ ਸਾਨੂੰ ਪਤਾ ਵੀ ਨਹੀਂ ਲੱਗਦਾ ਕਿ ਸਾਡੀ ਉਂਗਲ ਚੋਂ ਲਹੂ ਵਗ ਰਿਹਾ ਹੈ। ਇਸ ਗੱਲ ਨੂੰ ਥੋੜਾ ਜਿਹਾ ਸਮਝਿਓ। ਇਹਦਾ ਮਤਲਬ ਇਹ ਹੈ ਕਿ ਦੁੱਖ ਦਾ ਸੰਬੰਧ ਵੀ ਅੰਦਰੋਂ ਮਨ ਦੇ ਨਾਲ ਹੈ, ਸੁਰਤ ਦੇ ਨਾਲ ਹੈ। ਜਿੰਨੀ ਦੇਰ ਸੁਰਤ ਨੂੰ ਨਹੀਂ ਪਤਾ ਲੱਗਾ ਕਿ ਮੇਰੀ ਉਂਗਲ ਦੇ ਉੱਪਰ ਫੱਟ ਲੱਗਾ ਹੈ, ਉਂਗਲ ਦੇ ਵਿੱਚੋਂ ਲਹੂ ਵਗਦਾ ਹੈ, ਉਨੀ ਦੇਰ ਦਰਦ ਮਹਿਸੂਸ ਨਹੀਂ ਹੋਇਆ। ਜਦੋਂ ਉਸੇ ਵੇਲੇ ਸੁਰਤ ਨੂੰ ਪਤਾ ਲੱਗਾ ਕਿ ਮੇਰੇ ਫੱਟ ਲੱਗ ਗਿਆ, ਦਰਦ ਹੋਣਾ ਸ਼ੁਰੂ ਹੋ ਗਿਆ। ਇਹ ਤੁਸੀਂ ਕਿਤੇ ਤਜਰਬਾ ਕਰਕੇ ਦੇਖ ਲਓ, ਇਹ ਐਵੇਂ ਹੋ ਜਾਂਦਾ ਹੈ। ਇਹੀ ਗੱਲ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ, ਸਿੱਖਾ ਤੇਰੀ ਸੁਰਤ ਉੱਚੀ ਹੋਣੀ ਚਾਹੀਦੀ ਹੈ, ਤੇਰੀ ਸੁਰਤ ਨੀਵੀਂ ਨਹੀਂ ਹੋਣੀ ਚਾਹੀਦੀ। ਜਦੋਂ ਚਲੋ ਮੈਂ ਥੋੜਾ ਜਿਹਾ ਦੂਜੇ ਪਾਸੇ ਨੂੰ ਲੈ ਕੇ ਗੱਲ ਜਾਵਾਂ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਾਜ ਰੱਖਿਆ, ਤੇ ਉਸ ਬਾਜ ਵੀ ਬੜਾ ਕੁਝ ਸਿਖਾਉਂਦਾ ਹੈ। ਕਹਿੰਦੇ ਜਦੋਂ ਬਾਜ ਉੱਡਦਾ ਹੈ ਉਹ ਉਲਟੀ ਦਿਸ਼ਾ ਵੱਲ ਨੂੰ ਉੱਡਦਾ ਹੈ, ਜਦੋਂ ਨੂੰ ਹਵਾ ਦਾ ਵੇਗ ਚੱਲਦਾ ਹੈ ਉਦੋਂ ਉਲਟਾ ਚੱਲੇਗਾ। ਸਿੱਧਾ ਜਿਹਾ ਮਤਲਬ ਹੈ ਕਿ ਜਦੋਂ ਮੁਸੀਬਤਾਂ ਤੁਹਾਡੇ ਘਰ ਵੱਲ ਨੂੰ ਆਉਣਗੀਆਂ ਉਦੋਂ ਡਰ ਕੇ ਘਬਰਾ ਨਹੀਂ ਜਾਣਾ, ਸਗੋਂ ਸਿੱਖ ਦਾ ਫਰਜ਼ ਹੈ ਕਿ ਉਹਨਾਂ ਮੁਸੀਬਤਾਂ ਦਾ ਸਾਹਮਣਾ ਕਰੇ, ਉਹਨਾਂ ਤੋਂ ਘਬਰਾਵੇ ਨਾ। ਤੇ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ, ਜੋ ਨਰ ਦੁੱਖ ਮਹਿ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਕਹਿੰਦੇ ਐਸਾ ਕੋਈ ਗੁਰਮੁਖ ਪਿਆਰਾ ਜਿਹੜਾ ਇਹ ਕਵੇ ਦੁੱਖ ਤੇ ਆਇਆ ਪਰ ਦੁੱਖ ਨੂੰ ਦੁੱਖ ਕਰਕੇ ਮਹਿਸੂਸ ਨਾ ਕਰੇ। ਹੁਣ ਮੈਂ ਛੋਟੀ ਜੀ ਬੇਨਤੀ ਕਹਿ ਦੇਵਾਂ, ਜੇ ਕਹਾਂ ਕਿ ਬਾਣੀ ਪੜ੍ਹਨ ਦੇ ਨਾਲ ਦੁੱਖ ਨਹੀਂ ਆਉਂਦਾ, ਠੀਕ ਆ ਪਿਆਰਿਓ, ਗੁਰੂ ਪਾਲ ਪੁਰਖ ਵਾਹਿਗੁਰੂ ਬਖਸ਼ਿਸ਼ ਕਰਦੇ ਨੇ। ਦੁੱਖ ਅਕਾਲ ਪੁਰਖ ਮੇਰਾ ਗੁਰੂ ਛਿੰਦ ਦੇ ਵਿੱਚ ਦੂਰ ਕਰ ਸਕਦਾ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਕਿਉਂਕਿ ਬਾਣੀ ਦਾ ਇੱਕ ਸ਼ਬਦ ਆਉਂਦਾ ਹੈ। ਕਈ ਗੁਰਮੁਖ ਪਿਆਰੇ ਵੀ ਕਹਿੰਦੇ ਨੇ ਕਿ ਬੜੀ ਮੈਲ ਦੇ ਨਾਲ ਭਰੇ ਹੋਏ ਆ ਜੀ, ਜਨਮਾਂ ਜਨਮਾਂਤਰਾਂ ਤੋਂ ਮੈਲ ਲੱਗੀ ਹੈ, ਅੱਧਾ ਜੀਵਨ ਲੰਘ ਗਿਆ ਹੈ, ਹੁਣ ਕੀ ਲੋੜ ਅੰਮ੍ਰਿਤ ਛਕਣ ਦੀ, ਹੁਣ ਤੇ ਮੈਲ ਦੇ ਨਾਲ ਹੀ ਜੀਵਨ ਬਤੀਤ ਹੋ ਗਿਆ, ਹੁਣ ਕਿੱਥੇ ਅਸੀਂ ਸਾਫ਼ ਸੁਥਰੇ ਹੋਵਾਂਗੇ। ਆਮ ਪ੍ਰਸ਼ਨ ਹੁੰਦਾ ਹੈ, ਪਰ ਇੱਕ ਬਚਨ ਬਾਣੀ ਦਾ ਹੁੰਦਾ ਹੈ। ਕਹਿੰਦੇ ਮੰਨ ਲਓ, ਮੈਂ ਥੋੜੀ ਜਿਹੀ ਉਦਾਹਰਨ ਦੇ ਕੇ, ਇੱਕ ਦਰਵਾਜ਼ੇ ਨੂੰ ਲੌਕ ਲੱਗਾ ਹੋਇਆ ਹੈ, 10 ਸਾਲਾਂ ਤੋਂ ਦਰਵਾਜ਼ਾ ਕੋਈ ਬੰਦ ਹੈ, ਕਮਰੇ ਦੇ ਵਿੱਚ ਹਨੇਰਾ ਹੈ, ਤੇ ਜੇਕਰ ਕੋਈ ਇਹ ਕਵੇ ਕਿ ਜੀ ਇਹਦਾ ਹਨੇਰਾ ਦੂਰ ਹੀ ਨਹੀਂ ਹੋ ਸਕਦਾ, ਇਹਦਾ ਹਨੇਰਾ ਮਿਟ ਹੀ ਨਹੀਂ ਸਕਦਾ, ਉਹ ਉਸ ਇਨਸਾਨ ਦੀ ਅਗਿਆਨਤਾ ਬੋਲਦੀ ਪਈ ਹੈ। ਤੂੰ ਭਲਿਆ ਜਿੰਦਰਾ ਖੋਲ ਕੇ ਦਰਵਾਜ਼ਾ ਖੋਲ ਕੇ ਵੇਖ, 10 ਸਾਲਾਂ ਦਾ ਹਨੇਰਾ ਇੱਕ ਛਿੰਦ ਦੇ ਵਿੱਚ ਦੂਰ ਹੋ ਜਾਂਦਾ ਹੈ। ਬਾਣੀ ਇਹੀ ਕਰਦੀ ਹੈ। ਜਦੋਂ ਉਸ ਅਕਾਲ ਪੁਰਖ ਦੀ ਬਖਸ਼ਿਸ਼ ਵਰਤਦੀ ਹੈ, ਫਿਰ ਭੱਟਾਂ ਦੇ ਸਵਈਆਂ ਦੇ ਵਿੱਚੋਂ ਇੱਕ ਸ਼ਬਦ ਆਉਂਦਾ ਹੈ, ਕਹਿੰਦੇ ਅਮਿਐ ਦ੍ਰਿਸ਼ਟ ਸੁਭ ਕਰੈ, ਹਰੈ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ। ਇਹ ਕਾਮ ਕ੍ਰੋਧ ਲੋਭ ਮੋਹ ਇਹ ਵੀ ਬੜੇ ਡਾਢੇ ਦੁੱਖ ਲੱਗੇ ਹੋਏ ਨੇ। ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ, ਸਦਾ ਸੁਖ ਮਨ ਵਸੈ, ਦੁੱਖ ਸੰਸਾਰੈ ਖੋਵੈ, ਗੁਰ ਨਵ ਨਿਧ ਦਰਿਆਵੋ, ਜਨਮ ਹਮ ਕਾਲਖ ਧੋਵੈ। ਉਹ ਗੁਰੂ ਮੇਰਾ ਸਮੁੰਦਰ ਹੈ, ਜਨਮਾਂ ਜਨਮਾਂਤਰਾਂ ਦੀ ਕਾਲਖ ਮਟੇ ਕੇ ਰੱਖ ਦਿੰਦਾ, ਉਹ ਦੁੱਖ ਦੂਰ ਕਰਦਾ ਹੈ। ਪਰ ਇੱਕ ਬਚਨ ਬਾਣੀ ਦਾ ਆਉਂਦਾ ਹੈ, ਜੇ ਥੋੜਾ ਜਿਹਾ ਗੁਰਬਾਣੀ ਦੇ ਫਲਸਫੇ ਨੂੰ ਸਮਝਣਾ ਹੋਵੇ ਤੇ ਉਹ ਕਹਿੰਦੇ ਨੇ, ਸੁਖ ਕਉ ਮੰਗੈ ਸਭ ਕੋ। ਇੱਥੇ ਕੋਈ ਐਸਾ ਇਨਸਾਨ ਨਹੀਂ ਜਿਹੜਾ ਜੀਵਨ ਦੇ ਵਿੱਚ ਕਵੇ ਕਿ ਮੈਨੂੰ ਦੁੱਖ ਆਵੇ। ਇੱਥੇ ਹਰੇਕ ਗੁਰੂ ਘਰ ਦੇ ਵਿੱਚ ਆ ਕੇ ਸੁੱਖ ਲੋੜਦਾ ਹੈ, ਹਰੇਕ ਗੁਰੂ ਘਰ ਦੇ ਵਿੱਚ ਆ ਕੇ ਆਪਣੇ ਪਰਿਵਾਰ ਦੀ ਸੁੱਖ ਮੰਗਦਾ ਹੈ। ਤੇ ਸਾਡੀ ਤੇ ਅਰਦਾਸ ਦੇ ਵਿੱਚ ਲਿਖਿਆ ਹੈ ਕਿ ਸਰਬੱਤ ਦਾ ਭਲਾ। ਪਰ ਗੁਰੂ ਪਾਤਸ਼ਾਹ ਇੱਕ ਸ਼ਬਦ ਕਹਿੰਦੇ ਨੇ, ਕਹਿੰਦੇ ਸੁਖ ਕੋ ਮੰਗੈ ਸਭ ਕੋ, ਦੁੱਖ ਨਾ ਮੰਗੈ ਕੋਏ। ਪਰ ਅੱਗੇ ਜਿਹੜਾ ਬਚਨ ਆਉਂਦਾ ਹੈ, ਕਹਿੰਦੇ ਸੁਖੈ ਕੋ ਦੁੱਖ ਅਗਲਾ, ਮਨ ਮੁਖ ਬੂਝ ਨਾ ਹੋਏ। ਜੇ ਭਲਿਆ ਅੱਜ ਤੇਰੇ ਘਰ ਦੇ ਵਿੱਚ ਸੁੱਖ ਹੈ ਤੇ ਯਾਦ ਰੱਖੀ ਇੱਕ ਦਿਨ ਦੁੱਖ ਵੀ ਆਵੇਗਾ, ਤੇ ਜਦੋਂ ਦੁੱਖ ਆਉਂਦਾ ਹੈ ਘਬਰਾਵੀਂ ਨਾ, ਇੱਕ ਦਿਨ ਸਮਾਂ ਫਿਰ ਸੁੱਖ ਦੇ ਵਿੱਚ ਤਬਦੀਲ ਹੋ ਜਾਵੇਗਾ। ਇਹ ਜੀਵਨ ਦੀ ਇੱਕ ਲੀਲਾ ਚੱਲਦੀ ਹੈ। ਜੇ ਤੁਸੀਂ ਕਹੋ ਕਿ ਹਮੇਸ਼ਾ ਰਾਤ ਹੀ ਰਹਿੰਦੀ ਹੈ, ਰਾਤ ਥੋੜਾ ਰਹਿੰਦੀ ਹੈ।
दिन भी चढ़ता है। जे तुसी कहो कि हमेशा शांत ही रहिंदा एटमोसफेयर वातावरण, नहीं प्यारिओ, इत्थे हनेर भी झुलदे ने, इत्थे झक्खड़ भी झुलदे ने। हालांकि गुरबाणी दा एक शब्द होर आउंदा है बाबा नानक साहिब जी दा, वो कहंदे ने दुख विछोड़ा, एक दुख भूख, एक दुख सख्त वार जमदूत। गुरु पातशाह कहंदे ने विछोड़े दा एक बड़ा वड्डा डाढा दुख है। दुख विछोड़ा, एक दुख भूख। दुख डाढा दुख है विछोड़े दा। मां दे नालों कोई पुੱਤ विछड़दा है, ਉਹਨੂੰ ਪੁੱਛ ਕੇ ਵੇਖੋ ਮਾਂ ਦੇ ਹਿਰਦੇ ਤੇ ਕੀ ਬੀਤਦੀ ਹੈ। ਪਿਓ ਦੇ ਨਾਲੋਂ ਕੋਈ ਪੁੱਤ ਵਿਛੜਦਾ ਹੈ, ਉਹਨੂੰ ਪੁੱਛ ਕੇ ਵੇਖੋ ਕਿ ਤੇਰੇ ਦਿਲ ਤੇ ਕੀ ਬੀਤਦੀ ਹੈ। ਦੁੱਖ ਵਿਛੋੜਾ, ਇੱਕ ਦੁੱਖ ਭੂਖ। ਭੁੱਖ ਦਾ ਬੜਾ ਡਾਢਾ ਦੁੱਖ ਜੇ। ਇੱਕ ਦੁੱਖ ਸਖਤ ਵਾਰ ਜਮਦੂਤ। ਆ ਮੌਤ ਦਾ ਵੀ ਬੜਾ ਡਾਢਾ ਦੁੱਖ ਜੇ। ਤੇ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਇਹ ਸਾਰੇ ਹੀ ਦੁੱਖ ਆ ਕੇ ਬੰਦੇ ਨੂੰ ਲੱਗਦੇ ਨੇ, ਵਿਚਰਦੇ ਆ ਬੰਦਾ ਇਹਨਾਂ ਦੇ ਵਿੱਚ। ਪਰ ਜਦੋਂ ਤੁਸੀਂ ਥੋੜਾ ਜਿਹਾ ਇਤਿਹਾਸ ਪੜੋਗੇ, ਆ ਹੁਣ ਠੰਡ ਦੇ ਦਿਨ ਨੇ ਤੇ ਦਾਸ ਦੀ ਹਮੇਸ਼ਾ ਇਹ ਥੋੜੀ ਜੀ ਰਹੀ ਹੈ ਕਿ ਮੈਂ ਥੋੜਾ ਜਿਹਾ ਗੁਰਬਾਣੀ ਨੂੰ ਨਾਲ ਲੈ ਕੇ ਚੱਲਦਾ, ਕਿਉਂਕਿ ਜਦੋਂ ਗੁਰਬਾਣੀ ਨੂੰ ਨਾਲ ਲੈ ਕੇ ਇਤਿਹਾਸ ਦਾ ਚੱਲਾਂਗੇ ਤੇ ਤੁਸੀਂ ਕਿਤੇ ਗੁਰਬਾਣੀ ਨੂੰ ਇਤਿਹਾਸ ਦੇ ਨਾਲ ਮੁਲਾਂਕਣ ਕਰਕੇ ਵੇਖਿਓ, ਗੁਰਬਾਣੀ ਇਤਿਹਾਸ ਦੀ ਵਿਆਖਿਆ ਕਰ ਰਹੀ ਹੁੰਦੀ। ਗੁਰਬਾਣੀ ਜੋ ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਕਿਹਾ, ਪ੍ਰੈਕਟੀਕਲ ਗੁਰੂ ਸਾਹਿਬਾਨ ਨੇ ਪੂਰਨੇ ਪਾ ਕੇ ਦੱਸੇ ਨੇ। ਗੁਰਬਾਣੀ ਇਤਿਹਾਸ ਦੀ ਵਿਆਖਿਆ ਕਰਦੀ। ਤੇ ਜਦੋਂ ਆ ਹੁਣ ਦਿਨ ਚੱਲਦੇ ਨੇ ਠੰਡ ਦੇ, ਤੇ ਦਾਸ ਕਵੇ ਜੇਕਰ ਸਾਨੂੰ ਕੋਈ ਕਵੇ ਕਿ ਛੱਡ ਦੋ ਘਰ ਆਪਣਾ, ਤੁਹਾਨੂੰ ਘਰ ਦੇ ਵਿੱਚੋਂ ਕੱਢ ਦਿੰਦੇ ਆ, ਜਾਓ, ਤੇ ਪਤਾ ਨਾ ਹੋਵੇ ਕਿ ਕਿੱਥੇ ਜਾਣਾ ਹੈ, ਤੇ ਮਾਫ ਕਰਿਓ ਇਹ ਮੈਂ ਵੀ ਵਿੱਚ ਆਏ ਨਾ, ਤੁਸੀਂ ਵਿੱਚ ਆਏ ਨਾ, ਅਸੀਂ ਦੁਹਾਕੜਾ ਮਾਰ ਮਾਰ ਰੋਣਾ ਹੈ। ਪਰ ਉਹ ਮੇਰੇ ਸਾਹਿਬ ਆਨੰਦਾਂ ਦੀ ਪੁਰੀ ਹੈ ਪਿਆਰਿਓ, ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮੁੱਲ ਖਰੀਦਿਆ ਸੀ। ਘਰ ਬਣਾਇਆ, ਆਪ ਸ਼ਹਿਰ ਵਸਾਇਆ, ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹ ਘਰ ਛੱਡਿਆ। ਕੱਲ 6 ਪੋਹ ਹੈ ਨਾ, 6 ਪੋਹ ਦੀ ਰਾਤ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਲਾ ਛੱਡਦੇ ਨੇ ਅਨੰਦਪੁਰ ਸਾਹਿਬ ਦਾ। ਜਾਂ ਮੈਂ ਇਹ ਕਹਿ ਲਵਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣਾ ਘਰ ਛੱਡਦੇ ਨੇ। ਉਹ ਘਰ ਜਿਸ ਘਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣਾ ਬਚਪਨ ਗੁਜ਼ਾਰਿਆ, ਉਹ ਨਦੀ, ਉਹ ਸਤਲੁਜ ਦਰਿਆ ਦਾ ਕੰਢਾ, ਜਿਸ ਦਰਿਆ ਦੇ ਕੰਢੇ ਮੇਰੇ ਸਾਹਿਬ ਨੇ ਆਪਣੇ ਚੋਜ ਵਰਤਾਏ ਨੇ, ਉਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਲਾ ਛੱਡਿਆ। ਹੁਣ ਇੱਕ ਛੋਟੀ ਜੀ ਬੇਨਤੀ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਣਾ। ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ। ਉੱਥੇ ਲੰਮੇਰਾ ਘੇਰਾ ਪਿਆ ਹੈ ਕਿਲੇ ਨੂੰ, ਤੇ ਕਵੀ ਸੈਨਾਪਤ ਦੇ ਬੋਲ ਨੇ, ਉਹ ਕਹਿੰਦਾ ਇਤਿਹਾਸ ਦੇ ਵਿੱਚ ਲਿਖਿਆ 4 ਸਿੰਘ ਪਾਣੀ ਲੈਣ ਜਾਂਦੇ ਸੀ, 2 ਸ਼ਹੀਦ ਹੋ ਜਾਂਦੇ ਸੀ, 2 ਵਾਪਸ ਕਿਲੇ ਦੇ ਵਿੱਚ ਆਉਂਦੇ ਸੀ। ਖੁਰਾਕ ਆਉਣੀ ਜਾਣੀ ਬੰਦ ਕਰ ਦਿੱਤੀ ਮੁਗਲਾਂ ਨੇ। ਔਰ ਜਦੋਂ ਤੁਸੀਂ ਇਤਿਹਾਸ ਪੜੋਗੇ, ਚਲੋ ਸਾਡੀ ਕਿਸੇ ਨਾਲ ਵਿਰੋਧਤਾ ਨਹੀਂ ਪਿਆਰਿਓ, ਜਿਨ੍ਹਾਂ ਦੇ ਵੱਡ ਵਡੇਰਿਆਂ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਰਿਹਾ ਕਰਾਇਆ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ, ਉਹਨਾਂ ਦੇ ਪੋਤਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉੱਪਰ ਚੜ ਕੇ ਆਏ ਨੇ, ਨਾਲ ਮੁਗਲ ਚੜ ਕੇ ਆਏ ਨੇ। ਪਰ ਕਿੰਦਾ ਵੱਡਾ ਮੇਰੇ ਗੁਰੂ ਦਾ ਜ਼ਿਗਰਾ, ਉਹ ਹੱਸਦਾ ਹੱਸਦਾ ਘਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਛੱਡਿਆ। ਤੇ ਛੱਡਿਆ ਕਿਉਂ? ਇੱਕ ਗੱਲ ਯਾਦ ਰੱਖੋ, ਧਰਮਾਂ ਸਾਰਿਆਂ ਦੀ ਰਿਸਪੈਕਟ ਕਰਿਆ ਕਰੀਏ। ਜਦੋਂ ਤੁਸੀਂ ਇਹ ਸਮਾਂ ਦੇਖਦੇ ਹੋ, ਚਲੋ ਥੋੜਾ ਜਿਹਾ ਪਿੱਛੇ ਜਾਓ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਬਾਬਤ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਤਿਲਕ ਜੰਨੂ ਰਾਖਾ ਪ੍ਰਭ ਤਾਕਾ, ਕੀਨੋ ਵੱਡੋ ਕਲੂ ਮੈਂ ਸਾਕਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਆ ਕੇ ਉਹਨਾਂ ਨੇ ਵਾਸਤਾ ਪਾਇਆ ਤਿਲਕ ਜੰਨੂ ਦਾ, ਵਾਸਤਾ ਪਾਇਆ ਧਰਮ ਦਾ, ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਆਪ ਦੀ ਕੁਰਬਾਨੀ ਇੱਥੇ ਦਿੱਲੀ ਦੇ ਦਿੱਤੀ। ਅੱਜ ਉਹੀ ਸਮਾਂ ਆਇਆ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅੱਗੇ ਵਾਸਤਾ ਪਾਉਂਦੇ ਨੇ ਕੁਰਾਨ ਦਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅੱਗੇ ਵਾਸਤਾ ਪਾਉਂਦੇ ਨੇ, ਗਊਆਂ ਦੀ ਸਹੁੰ ਖਾਂਦੇ ਨੇ, ਗੀਤਾਂ ਦੀ ਸਹੁੰ ਖਾਂਦੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉੱਥੇ ਵੀ ਧਰਮ ਨੂੰ ਉੱਚਾ ਰੱਖਿਆ। ਪਰ ਜਦੋਂ ਕਿਲਾ ਛੱਡਦੇ ਨੇ, ਤੇ ਇਤਿਹਾਸ ਕਹਿੰਦਾ ਏ ਜੋ ਧਨ ਦੌਲਤ, ਤੁਸੀਂ ਇਤਿਹਾਸ ਨੂੰ ਜਦੋਂ ਪੜੋਗੇ,
ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਉੱਪਰ ਮਹਿੰਗੀ ਤੋਂ ਮਹਿੰਗੀ ਚਾਨਣੀ ਉੱਪਰ ਝੁਲਦੀ ਹੁੰਦੀ ਸੀ। ਪ੍ਰਸ਼ਾਦੀ ਹਾਥੀ ਚੌਰ ਕਰਦਾ ਹੁੰਦਾ ਸੀ ਉੱਥੇ, ਤੇ ਇਤਿਹਾਸ ਕਹਿੰਦਾ ਹੈ ਕੁਝ ਖਾਣ ਲਈ ਨਹੀਂ ਸੀ, ਪ੍ਰਸ਼ਾਦੀ ਹਾਥੀ ਵੀ ਤੜਫ ਤੜਫ ਕੇ ਗੁਰੂ ਸਾਹਿਬ ਦੀਆਂ ਅੱਖਾਂ ਦੇ ਸਾਹਮਣੇ ਮਰਦਾ। ਤੁਸੀਂ ਇਤਿਹਾਸ, ਮੈਂ ਤਾਂ ਇਹ ਗੱਲ ਕਹੀ ਕਿ ਇਤਿਹਾਸ ਕੱਲਾ ਸੁਣਨ ਦੇ ਲਈ ਨਹੀਂ ਹੁੰਦਾ, ਇਤਿਹਾਸ ਬਹੁਤ ਕੁਝ ਗੁਰੂ ਪਿਆਰ ਵਾਲਿਓ ਸਿਖਾਉਂਦਾ ਜੀ। ਇਹ ਜਿਹੜੇ ਦਿਨ ਚੱਲਦੇ ਨੇ, ਇਹ ਕਹਿੰਦੇ ਪਏ ਨੇ ਸਿੱਖਾ ਅੱਤ ਦੀ ਭੀੜ ਬਣ ਜਾਵੇ, ਜੇ ਤੇਰਾ ਗੁਰੂ ਨਹੀਂ ਡੋਲਿਆ ਤੇ ਉਹਦੇ ਸਿੱਖ ਦਾ ਵੀ ਇਹ ਫਰਜ਼ ਹੋਣਾ ਚਾਹੀਦਾ ਕਿ ਉਹ ਵੀ ਕਦੇ ਡੋਲੇ ਨਾ, ਆਪਣੀ ਸੁਰਤ ਨੂੰ ਉੱਚਾ ਚੁੱਕ ਕੇ ਰੱਖੇ, ਉਹ ਕਦੇ ਡੋਲੇ ਨਾ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਉਹ ਗੁਰਮੁਖ ਪਿਆਰਾ ਜਿਹੜਾ ਦੁੱਖ ਦੇ ਵਿੱਚ ਦੁੱਖ ਮਹਿਸੂਸ ਨਾ ਕਰੇ, ਸੋਨੇ ਨੂੰ ਮਿੱਟੀ ਦੇ ਬਾਬਤ ਸਮਝੇ। ਸਾਨੂੰ ਕੋਈ ਕਵੇ ਸੋਨਾ ਸੁੱਟਣ ਲਈ, ਜੇ ਸੁੱਟ ਦੋ ਸੋਨਾ, ਕਿੱਦਾਂ ਕੋ ਹੋਵੇਗਾ, ਸਾਡਾ ਦਿਲ ਸੁੱਟ ਦੇਵਾਂਗੇ। ਪਰ ਮੇਰੇ ਪਾਤਸ਼ਾਹ ਨੇ ਸੋਨੇ ਨੂੰ ਮਿੱਟੀ ਸਾਣ ਸਮਝਿਆ। ਇਤਿਹਾਸ ਕਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਤੀਰ ਦੇ ਅੱਗੇ ਵੀ ਸੋਨਾ ਲੱਗਾ ਹੁੰਦਾ ਸੀ। ਤੀਰ ਮਾਰਿਆ, ਸ਼ਿਕਾਰ ਕੀਤਾ, ਜੇ ਤੇ ਬਚ ਗਿਆ ਲਾਜ ਕਰਵਾ ਲਵੇ, ਜੇ ਅਗਲਾ ਨਹੀਂ ਬਚਿਆ ਤੇ ਕਮ ਸੇ ਕਮ ਉਹਦੇ ਘਰ ਦੇ ਉਸ ਸੋਨੇ ਤੋਂ ਉਹਦਾ ਕਫਨ, ਉਹਦੇ ਕਿਰਿਆ ਕਰਮ ਦਾ ਪ੍ਰਬੰਧ ਕਰ ਲੈਣ। ਮੇਰਾ ਗੁਰੂ ਤੇ ਸ਼ਿਕਾਰ ਕਰਦੇ, ਮੈਂ ਇਹ ਕਹਿ ਲਵਾਂ ਤੀਰ ਮਾਰਦਿਆਂ ਹੋਇਆਂ ਵੀ ਪਰਉਪਕਾਰ ਕਰਦਾ। ਤੇ ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੁਛ ਨਾਲ ਨਹੀਂ ਲਿਆ, ਸਭ ਕੁਝ ਉੱਥੇ ਸੁੱਟ ਦਿੱਤਾ ਦਰਿਆ ਦੇ ਵਿੱਚ। ਇਤਿਹਾਸ ਕਹਿੰਦਾ ਸਿਰਫ ਇੱਕ ਮੋਹਰਾਂ ਦੀ ਥੈਲੀ ਮਾਤਾ ਗੁਜਰ ਕੌਰ ਜੀ ਨੇ ਜਾਂਦਿਆਂ ਜਾਂਦਿਆਂ ਲਈ। ਤੇ ਇਹ ਵਿਆਖਿਆ ਕਰਦਾ ਹੈ ਸ਼ਬਦ ਸਾਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇਤਿਹਾਸ ਦੀ। ਸੁਖ ਸਨੇਹ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਫਿਰ ਕਹਿੰਦੇ ਨਹਿ ਨਿੰਦਿਆ ਨਹਿ ਉਸਤ ਜਾਕੈ, ਲੋਭ ਮੋਹ ਅਭਿਮਾਨਾ, ਹਰਖ ਸੋਗ ਤੇ ਰਹੇ ਨਿਆਰੋ, ਨਾਹੇ ਮਾਨ ਅਪਮਾਨਾ। ਕੀ ਨਿੰਦਿਆ ਤੇ ਕੀ ਬੰਦਿਆ ਉਸਤਤ। ਇੱਥੇ ਕੋਈ ਸਾਡੀ ਉਸਤਤ ਕਰਨ ਲੱਗ ਪਵੇ, ਅਸੀਂ ਕਹਿੰਦੇ ਹੁਣ ਸਾਡੇ ਵਰਗਾ ਦੂਜਾ ਹੈ ਹੀ ਕੋਈ ਨਹੀਂ। ਹਾਲਾਂਕਿ ਚਲੋ ਇਹ ਵੀ ਸੱਚਾਈ ਹੈ, ਆ ਜਿਹੜੇ ਕੰਬਖਤ ਕੰਨ ਨੇ ਨਾ ਸਾਡੇ, ਇਹ ਬੜੇ ਰਸ ਲੈਂਦੇ ਨੇ, ਤੇ ਇਹਨਾਂ ਕੰਨਾਂ ਨੂੰ ਜੇ ਤੇ ਕਿਸੇ ਦੀ ਕੋਈ ਨਿੰਦਿਆ ਇਹਨਾਂ ਕੰਨਾਂ ਦੇ ਵਿੱਚ ਕਰੇ ਤੇ ਸਾਨੂੰ ਬੜੀ ਚੰਗੀ ਲੱਗਦੀ, ਦੂਜੇ ਦੀ ਨਿੰਦਿਆ ਕਰੇ ਤੇ ਚੰਗੀ ਲੱਗਦੀ ਹੈ, ਆਪਣੀ ਖੁਸ਼ਾਮਦ ਇਹਨਾਂ ਕੰਨਾਂ ਨੂੰ ਚੰਗੀ ਲੱਗਦੀ। ਇਹਨਾਂ ਕੰਨਾਂ ਦੇ ਨਾਲ ਤੁਹਾਨੂੰ ਕੋਈ ਬੁਰਾ ਕਵੇ ਤੁਹਾਡੇ ਵਾਸਤੇ ਤੇ ਬੰਦਾ ਨਹੀਂ ਸੁਣਦਾ, ਹਾਂ ਦੂਜੇ ਦਾ ਕੋਈ ਬੁਰਾ ਇਹਨਾਂ ਕੰਨਾਂ ਦੇ ਵਿੱਚ ਤੁਹਾਡੇ ਕੋਈ ਆ ਕੇ ਸੁਣਾਵੇ, ਬੰਦਾ ਕੰਨ ਨੇੜੇ ਕਰ ਕਰ ਸੁਣਦਾ। ਇਹ ਹਾਲਤ। ਪਰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਉਹ ਗੁਰਮੁਖ ਪਿਆਰਾ ਹੈ, ਨਹਿ ਨਿੰਦਿਆ ਨਹਿ ਉਸਤਤ ਜਾ ਕੇ। ਨਿੰਦਿਆ ਹੋਵੇ ਤੇ ਤਾਂ ਵੀ ਕਿਸੇ ਨਾਲ ਲੜਦਾ ਝਗੜਦਾ ਨਹੀਂ, ਉਸਤਤ ਹੋਵੇ ਤੇ ਹੰਕਾਰ ਦੇ ਵਿੱਚ ਨਹੀਂ ਆਉਂਦਾ, ਬਰਾਬਰ ਦਾ ਰਹਿੰਦਾ। ਨਹਿ ਨਿੰਦਿਆ ਨਹਿ ਉਸਤਤ ਜਾ ਕੇ, ਲੋਭ ਮੋਹ ਅਭਿਮਾਨਾ, ਹਰਖ ਸੋਗ ਤੇ ਰਹੇ ਨਿਆਰੋ, ਨਾਹੇ ਮਾਨ ਅਪਮਾਨਾ। ਕੀ ਆਪਣਾ ਤੇ ਕੀ ਪਰਾਇਆ। ਤੇ ਇੱਕ ਗੱਲ ਯਾਦ ਰੱਖਿਓ, ਸਾਡੇ ਵਿੱਚ ਮੋਹ ਹੈ ਪਰ ਗੁਰੂ ਵਿੱਚ ਮੋਹ ਨਹੀਂ ਹੁੰਦਾ, ਗੁਰੂ ਵਿੱਚ ਪ੍ਰੇਮ ਹੈ। ਜੇ ਮੋਹ ਹੁੰਦਾ ਤੇ ਚਮਕੌਰ ਦੀ ਗੜੀ ਦੇ ਵਿੱਚ ਆਪ ਤਿਆਰ ਕਰਕੇ ਬੱਚਿਆਂ ਨੂੰ ਨਾ ਭੇਜਦਾ ਮੇਰਾ ਗੁਰੂ। ਉੱਥੇ ਮੋਹ ਨਹੀਂ ਸੀ, ਉੱਥੇ ਪ੍ਰੇਮ ਸੀ। ਜੇ ਪਿਆਰਿਓ ਮੋਹ ਹੁੰਦਾ ਤੇ ਚਮਕੌਰ ਦੀ ਗੜੀ ਦੇ ਵਿੱਚ ਲਾਸ਼ਾਂ ਪਈਆਂ ਨਾ ਛੱਡ ਜਾਂਦਾ ਮੇਰਾ ਸ਼ਹਿਨਸ਼ਾਹ। ਜਦੋਂ ਦਇਆ ਸਿੰਘ ਕਹਿੰਦਾ ਪਾਤਸ਼ਾਹ ਕਫਨ ਪਾ ਦਈਏ ਉੱਤੇ, ਚਿਹਰੇ ਢੱਕ ਦਈਏ, ਉੱਥੇ ਮੋਹ ਨਹੀਂ ਕੰਮ ਕੀਤਾ, ਉੱਥੇ ਪ੍ਰੇਮ ਬੋਲਦਾ ਸੀ। ਕਹਿੰਦੇ ਦਇਆ ਸਿੰਘਾ ਜੇ ਕਫਨ ਪਾਉਣਾ ਹੈ ਤੇ ਜਿੰਨੇ ਸ਼ਹੀਦ ਹੋਏ ਨੇ ਸਾਰਿਆਂ ਤੇ ਪਾ, ਕੱਲਾ ਇਹਨਾਂ ਤੇ ਨਹੀਂ ਪਾਉਣਾ। ਇਹ ਪ੍ਰੇਮ ਹੈ। ਮੋਹ ਤੇ ਪ੍ਰੇਮ ਦੇ ਵਿੱਚ ਫਰਕ ਹੁੰਦਾ ਹੈ। ਮੋਹ ਦੇ ਵਿੱਚ ਆਪਣਾ ਬੱਚਾ ਪਿਆਰਾ ਲੱਗਦਾ, ਦੂਜੇ ਦਾ ਨਹੀਂ ਪਿਆਰਾ ਲੱਗਦਾ। ਪ੍ਰੇਮ ਦੇ ਵਿੱਚ ਸਮਤਲ ਬਰਾਬਰ ਦੀ ਨਿਗਾਹ ਹੁੰਦੀ ਹੈ। ਪ੍ਰੇਮ ਦੇ ਵਿੱਚ ਨਿਗਾਹ ਇਸ ਤਰ੍ਹਾਂ ਦੀ ਹੁੰਦੀ ਹੈ ਜਿਵੇਂ ਪ੍ਰਮਾਤਮਾ ਦੀ ਹੁੰਦੀ ਹੈ, ਸਾਰਿਆਂ ਦੇ ਬਰਾਬਰ ਦੀ। ਪ੍ਰੇਮ ਦੇ ਨਾਲ ਵਿਚਰਦਾ ਹੈ। ਉੱਥੇ ਪਾਣੀ ਮਸ਼ਕ ਚੁੱਕੀ ਭਾਈ। ਤੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸ਼ਿਕਾਇਤ ਹੁੰਦੀ ਹੈ, ਕਹਿੰਦੇ ਪਾਤਸ਼ਾਹ ਮੈਨੂੰ ਕੋਈ ਪਰਾਇਆ ਨਜ਼ਰ ਹੀ ਨਹੀਂ ਆਉਂਦਾ, ਮੈਨੂੰ ਤੇ ਸਾਰਿਆਂ ਦੇ ਵਿੱਚ ਤੂੰ ਨਜ਼ਰ ਆਉਂਦਾ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਇੱਥੇ ਤੇ ਸਾਰਿਆਂ ਦੇ ਅੰਦਰ ਪਰਮਾਤਮਾ ਵਰਤਦਾ ਪਿਆ ਹੈ, ਇੱਥੇ ਕੋਈ ਦੂਜਾ ਮੈਨੂੰ ਨਜ਼ਰ ਨਹੀਂ ਆਉਂਦਾ ਪਿਆ। ਨਹਿ ਨਿੰਦਿਆ ਨਹਿ ਉਸਤ ਜਾ ਕੇ, ਲੋਭ ਮੋਹ ਅਭਿਮਾਨਾ, ਹਰਖ ਸੋਗ ਤੇ ਨ ਰਹੇ ਨਿਆਰੋ, ਨਾਹੇ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗੈ।
ਜਗ ਤੇ ਰਹੇ ਨਿਰਾਸਾ। ਆਸਾ ਤੇ ਮਨਸਾ ਇਹ ਦੋ ਸ਼ਬਦ ਨੇ। ਮਨਸਾ ਦਾ ਅਰਥ ਹੈ ਮਨੋਕਾਮਨਾ ਤੇ ਆਸ ਦਾ ਅਰਥ ਹੈ ਮਨ ਦੇ ਵਿੱਚ ਆਸ ਰੱਖਣੀ ਕਿ ਇਹ ਮੇਰੀ ਇੱਕ ਦਿਨ ਮਨੋਕਾਮਨਾ ਜ਼ਰੂਰ ਪੂਰੀ ਹੋਵੇਗੀ। ਆਸ ਤੇ ਮਨੋਕਾਮਨਾ, ਆਸ ਦੇ ਵਿੱਚੋਂ ਮਨੋਕਾਮਨਾ ਜਨਮ ਲੈਂਦੀ ਹੈ। ਜਿਵੇਂ ਮੈਂ ਇਹ ਕਹਿ ਲਵਾਂ ਕਿ ਮੋਹ ਦੇ ਵਿੱਚੋਂ ਹੀ ਲੋਭ ਜਨਮ ਲੈਂਦਾ ਹੈ। ਇਹ ਗੱਲ ਯਾਦ ਰੱਖਿਓ, ਜਿੱਥੇ ਮੋਹ ਹੋਵੇਗਾ, ਪਰਿਵਾਰ ਦੇ ਨਾਲ ਮੋਹ ਹੁੰਦਾ ਹੈ ਨਾ, ਤੇ ਪਰਿਵਾਰ ਨੂੰ ਪਾਲਣ ਲਈ ਬੰਦਾ ਲਾਲਚ ਬਿਰਤੀ ਵੀ ਧਾਰਨ ਕਰ ਜਾਂਦਾ, ਉੱਥੇ ਲੋਭ ਵੀ ਜਨਮ ਲੈਂਦਾ। ਜਿੱਥੇ ਪ੍ਰੇਮ ਹੋਵੇਗਾ ਉੱਥੇ ਲੋਭ ਨਹੀਂ ਜਨਮ ਲਵੇਗਾ। ਮੋਹ ਦੇ ਵਿੱਚੋਂ ਲੋਭ ਉੱਠਦਾ ਹੈ, ਆਸ ਦੇ ਵਿੱਚੋਂ ਮਨਸਾ ਉੱਠਦੀ ਹੈ, ਮਨੋਕਾਮਨਾ ਉੱਠਦੀ ਹੈ। ਤੇ ਗੁਰੂ ਪਾਤਸ਼ਾਹ ਕਹਿੰਦੇ ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹੇ ਨਿਰਾਸਾ। ਫਿਰ ਕਹਿੰਦੇ ਕਾਮ ਕ੍ਰੋਧ ਜੇ ਪਰਸੇ ਨਾਹਿ ਨ, ਤੇ ਘਟ ਬ੍ਰਹਮ ਨਿਵਾਸਾ। ਉਹਦੇ ਅੰਦਰ ਪਰਮਾਤਮਾ ਵਰਤਦਾ ਹੈ ਜਿਹਦੇ ਅੰਦਰ ਕਾਮ ਨਹੀਂ ਛੁਲਾਵੇ ਮਾਰਦਾ, ਜਿਹਦੇ ਅੰਦਰ ਕ੍ਰੋਧ ਦੀ ਅੱਗ ਨਹੀਂ ਬਲਦੀ। ਪਿਆਰਿਓ, ਗੁਰੂ ਪਾਤਸ਼ਾਹ ਕਹਿੰਦੇ ਉਸ ਅੰਦਰ ਪਰਮਾਤਮਾ ਦਾ ਵਾਸਾ ਹੈ। ਤੇ ਕ੍ਰੋਧ ਤੇ ਗੱਲ ਗੱਲ ਤੇ ਆਉਂਦਾ। ਪਰ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਵੇਖਦੇ ਹੋ, ਉਹ ਮੌਕਾ ਦਿੰਦੇ ਨੇ ਭੰਗਾਣੀ ਜੇ ਯੁੱਧ ਦੇ ਵਿੱਚ, ਜੋ 3 ਵਾਰ ਅੱਗੇ ਹੁੰਦੇ ਨੇ, ਫਿਰ ਕਹਿੰਦੇ ਜਬੇ ਬਾਣ ਲਾਗਿਓ ਤਬੇ ਰੋਸ ਜਾਗਿਓ। ਪਹਿਲਾਂ ਮੈਂ ਸ਼ਾਂਤ ਸਮੁੰਦਰ ਸਾਂ, ਹੁਣ ਸਮੁੰਦਰ ਉਛਲ ਲੱਗਾ ਹੈ, ਸੰਭਲਿਆ ਜਾਂਦਾ ਹੈ ਤੇ ਸੰਭਲ ਜਾ। ਸਾਡੇ ਸਿਧਾਂਤ ਦੇ ਵਿੱਚ ਪਿਆਰਿਓ 2 ਗੱਲਾਂ ਨੇ, ਇੱਕ ਸੰਤ, ਦੂਜਾ ਸਿਪਾਹੀ। ਸਾਡੇ ਅੰਦਰ ਸੰਤ ਬਿਰਤੀ ਵੀ ਗੁਰੂ ਨੇ ਭਰੀ ਹੈ, ਸਾਡੇ ਅੰਦਰ ਸਿਪਾਹੀ ਬਿਰਤੀ ਵੀ ਭਰੀ ਹੈ। ਜਦੋਂ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਫਰਨਾਮਾ ਪੜ੍ਹਦੇ ਹੋ, ਉੱਥੇ ਇੱਕ ਸ਼ਬਦ ਪੜ੍ਹਦੇ ਹੋ, ਚੂੰਕਾਰ ਅਜ਼ ਹਮਾ ਹੀਲ ਤੇ ਦਰ ਗੁਜਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਇਹਦਾ ਮਤਲਬ ਕੀ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਕਿ ਇੱਥੇ ਗੁਰੂ ਅਰਜਨ ਦੇਵ ਮਹਾਰਾਜ ਤਤੀ ਤਵੀ ਤੇ ਬੈਠ ਕੇ ਸਬਰ ਦੇ ਨਾਲ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਸਬਰ ਦੇ ਨਾਲ ਆਪਣੀ ਕੁਰਬਾਨੀ ਸ਼ਹਾਦਤ ਦੇ ਦਿੱਤੀ। ਹੁਣ ਸਾਰੇ ਹੀਲੇ ਵਸੀਲੇ ਇੱਕ ਸਾਈਡ ਤੇ ਹੋ ਗਏ। ਜਦੋਂ ਸਾਰੇ ਹੀਲੇ ਵਸੀਲੇ ਮੁੱਕ ਜਾਣ, ਉਦੋਂ ਤਲਵਾਰ ਨੂੰ ਹੱਥ ਪਾ ਲੈਣਾ ਜਾਇਜ਼ ਹੈ। ਦੋਨੋਂ ਸ਼ਬਦ ਨੇ। ਪਰ ਅਸੀਂ ਕਈ ਵਾਰ ਗੱਲ ਗੱਲ ਤੇ ਕ੍ਰੋਧ ਦੇ ਵਿੱਚ ਆਉਂਦੇ ਹਾਂ, ਤੇ ਕ੍ਰੋਧ ਇੱਕ ਐਸੀ ਭੈੜੀ, ਮੈਂ ਕਹਿ ਲਵਾਂ, ਚੀਜ਼ ਹੈ ਜਿਹੜਾ ਅੱਖਾਂ ਦੇ ਸਾਹਮਣੇ ਪਰਦਾ ਪਾ ਦਿੰਦੀ ਹੈ। ਇੱਥੇ ਫਿਰ ਉਹ ਕ੍ਰੋਧ ਦੇ ਵਿੱਚ ਗਲਤਾਨ ਹੋਇਆ ਬੰਦਾ, ਜਾਂ ਮੈਂ ਜਦੋਂ ਕਹਿ ਲਵਾਂ ਜਦੋਂ ਕ੍ਰੋਧ ਦੀ ਅੰਦਰ ਅੱਗ ਬਲਦੀ ਹੈ, ਉਹ ਆਪ ਤੇ ਸੜਦਾ ਹੀ ਸੜਦਾ, ਨਾਲ ਕਈ ਵਾਰ ਆਪਣੇ ਪਰਿਵਾਰ ਦਾ ਵੀ ਨੁਕਸਾਨ ਕਰਕੇ ਚਲਾ ਜਾਂਦਾ। ਕ੍ਰੋਧ ਇਹ ਬੜਾ ਭੈੜਾ ਹੈ ਕ੍ਰੋਧ। ਤੇ ਗੁਰੂ ਪਾਤਸ਼ਾਹ ਕਹਿੰਦੇ ਕਾਮ ਕ੍ਰੋਧ ਜੇ ਪਰਸੇ ਨਾਹਿਨ ਤੇ ਘਟ ਬ੍ਰਹਮ ਨਿਵਾਸਾ। ਤੁਸੀਂ ਇਤਿਹਾਸ ਪੜ੍ਹੋਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿੱਥੇ ਕ੍ਰੋਧ ਵਿਖਾਇਆ? ਪੈਂਦੇ ਖਾਂ ਚੜ੍ਹ ਕੇ ਆਉਂਦਾ ਹੈ ਜੀ, ਤੇ ਪੈਂਦੇ ਖਾਂ ਜੋ ਤੀਰ ਮਾਰਨ ਲੱਗਦੇ ਨੇ ਆਨੰਦਪੁਰ ਦੇ ਕਿਲੇ ਸਾਹਮਣੇ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨਰ ਮੈਂ ਹਰ ਹੈ, ਹਰ ਮੈਂ ਨਰ ਹੈ। ਆ ਸਿਧਾਂਤ ਨੂੰ ਸਮਝੋ। ਕਹਿਣ ਲੱਗੇ ਪਾਤਸ਼ਾਹ, ਇਹ ਅਕਾਲ ਪੁਰਖ ਹਰੇਕ ਇਨਸਾਨ ਦੇ ਵਿੱਚ ਪਰਮਾਤਮਾ ਵਰਤਦਾ ਪਿਆ ਹੈ, ਪਰ ਇਸ ਵਕਤ ਮੇਰੇ ਸਾਹਮਣੇ ਉਹ ਇਨਸਾਨੀ ਬਿਰਤੀ ਹਟਾ ਕੇ ਕੇਵਲ ਤੇ ਕੇਵਲ ਕ੍ਰੋਧ ਖੜਾ ਹੈ। ਮੈਂ ਕ੍ਰੋਧ ਦਾ ਨਾਸ਼ ਕਰਨ ਲੱਗਾ, ਮੈਂ ਇਨਸਾਨ ਦਾ ਨਾਸ਼ ਨਹੀਂ ਕਰਨ ਲੱਗਾ। ਇਸ ਗੱਲ ਨੂੰ ਸਮਝਿਓ। ਕਈ ਵਾਰ ਮੌਤ ਤੋਂ ਬਾਅਦ ਹੀ ਬੰਦਾ ਸ਼ਾਂਤ ਹੁੰਦਾ ਹੈ। ਇੱਥੇ ਪੈਂਦੇ ਖਾਂ ਦੇ ਅੰਦਰ ਕ੍ਰੋਧ ਸੀ, ਨਹੀਂ ਸਮਝਿਆ, ਪਰ ਜਦੋਂ ਸੈਦ ਖਾਂ ਵਰਗੇ ਦੇ ਅੰਦਰ ਭਾਵਨਾ ਪ੍ਰਵੇਸ਼ ਕਰਦੀ ਹੈ, ਉਹ ਕਹਿੰਦਾ ਪਰਿਵਾਰ ਬਾਰੇ ਬੜਾ ਸੁਣਿਆ, ਗੁਰੂ ਗੋਬਿੰਦ ਸਿੰਘ ਬਾਰੇ ਆਪਣੀ ਭੈਣ ਕੋਲੋਂ ਵੀ ਸੁਣਿਆ, ਨਸੀਰਾ ਕੋਲੋਂ। ਸੈਦ ਖਾਂ ਉਹ ਸੀ ਜਿਹੜਾ ਹੰਕਾਰ ਦੇ ਵਿੱਚ ਉੱਥੋਂ ਬੀੜਾ ਚੁੱਕ ਕੇ ਆਇਆ ਸੀ ਔਰੰਗਜ਼ੇਬ ਦੇ ਰਾਜ ਦੇ ਵਿੱਚੋਂ, ਕਿ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਜਿਉਂਦਾ ਪਕੜ ਕੇ ਲੈ ਕੇ ਜਾਵਾਂਗਾ। ਪਰ ਜਦੋਂ ਭੈਣ ਕੋਲੋਂ ਸੁਣਿਆ, ਰਸਤੇ ਦੇ ਵਿੱਚ ਆਇਆ ਨਸੀਰਾ ਕੋਲ, ਉਹਨੇ ਕਿਹਾ ਭਰਾ ਜੀ ਕਿੱਧਰ ਚੱਲੇ ਹੋ? ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਕੜਨਾ ਹੈ। ਉਹਨੇ ਕਿਹਾ ਐਸੀ ਕਿਤੇ ਗਲਤੀ ਨਾ ਕਰ ਲਵੀਂ, ਉਹ ਅਕਾਲ ਪੁਰਖ ਦੀ ਸਾਖਸ਼ਾਤ ਰੂਹਾਨੀ ਨੂਰ ਹੈ। ਉਹਦੇ ਮਨ ਦੇ ਵਿੱਚ ਖਿਆਲ ਆਇਆ ਜੀ, ਉਹ ਜਦੋਂ ਸਾਹਮਣੇ ਆਇਆ ਉਹਨੇ ਅੱਖਾਂ ਮੀਟੀਆਂ, ਕਹਿਣ ਲੱਗਾ ਕਾਸ਼ ਕਿਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਖਾਂ ਦੇ ਸਾਹਮਣੇ ਆ ਜਾਣ।
ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਘੋੜਾ ਦੌੜਾ ਕੇ ਉਹਦੇ ਸਾਹਮਣੇ ਆਏ। ਮੈਂ ਇੱਕ ਸ਼ਬਦ ਪੜ੍ਹਿਆ ਸੀ ਨਾ, ਅੰਮ੍ਰਿਆ ਦ੍ਰਿਸ਼ਟ ਸੁਭ ਕਰੈ। ਆਹ ਹੈ ਜਦੋਂ ਗੁਰੂ ਬਰਕਤ ਵਰਤਾਉਂਦਾ ਹੈ, ਉਹਦੇ ਹੱਥ ਦੇ ਵਿੱਚ ਫੜੇ ਹੋਏ ਹਥਿਆਰ ਛੁੱਟ ਗਏ। ਉਹਨੇ ਚਰਨਾਂ ਦੇ ਉੱਪਰ ਨਮਸਕਾਰ ਕਰ ਦਿੱਤੀ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ। ਸਾਰੀ ਉਮਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਣ ਕੇ ਹੋ ਰਿਹਾ। ਤੇ ਜਦੋਂ ਇਹ ਸ਼ਬਦ ਪੜ੍ਹਦੇ ਹੋ, ਕਾਮ ਕ੍ਰੋਧ ਜੇ ਪਰਸੈ ਨਾਹਿਨ ਤੇ ਘਟ ਬ੍ਰਹਮ ਨਿਵਾਸਾ, ਉਸ ਅੰਦਰ ਪਰਮਾਤਮਾ ਵਰਤਦਾ ਹੈ। ਮੈਂ ਹੁਣ ਥੋੜਾ ਜਿਹਾ ਇਤਿਹਾਸ ਪਾਸੇ ਆਵਾਂ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਲਾ ਛੱਡਦੇ ਨੇ ਤੇ ਕੱਲ ਗੁਰੂ ਪਿਆਰੇ ਵੇਲੇ 20 ਦਸੰਬਰ ਹੋ ਜਾਣੀ ਹੈ ਤੇ 6 ਪੋਹ ਦੀ ਰਾਤ ਆਉਣੀ ਹੈ। ਇਤਿਹਾਸ ਕਹਿੰਦਾ ਹੈ 6 ਪੋਹ ਦੀ ਰਾਤ ਜਾਂ 7 ਪੋਹ ਦੀ ਰਹਿੰਦੀ ਰਾਤ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਨੰਦਪੁਰ ਸਾਹਿਬ ਦਾ ਕਿਲਾ ਛੱਡਦੇ ਨੇ, ਆਪਣਾ ਘਰ ਛੱਡਦੇ ਨੇ। ਤੇ ਉਹ ਘਰ ਪਤਾ ਸੀ। ਅਤੇ ਤੁਸੀਂ ਇਹ ਵੀ ਖਿਆਲ ਕਰਿਓ, ਜਿਸ ਚੀਜ਼ ਨੂੰ ਗੁਰੂ ਸਾਹਿਬਾਨ ਨੇ ਜਾਂ ਜਿਸ ਸ਼ਹਿਰ ਨੂੰ, ਕਸਬੇ ਨੂੰ ਜਾਂ ਜਿਸ ਘਰ ਨੂੰ ਗੁਰੂ ਸਾਹਿਬ ਨੇ ਇੱਕ ਵਾਰ ਛੱਡਿਆ, ਮੁੜ ਉਸ ਘਰ ਦੇ ਵਿੱਚ, ਸ਼ਹਿਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨਹੀਂ ਗਏ। ਪਟਨਾ ਸਾਹਿਬ ਤੋਂ ਜੀਵਨ ਚੱਲਿਆ ਹੈ। ਪਟਨਾ ਸਾਹਿਬ ਤੋਂ ਸਫ਼ਰ ਆਰੰਭ ਹੋਇਆ ਗੁਰੂ ਗੋਬਿੰਦ ਸਿੰਘ ਜੀ ਦਾ। ਤੇ ਤੁਸੀਂ ਇਤਿਹਾਸ ਪੜ੍ਹ ਕੋ ਵੇਖੋਗੇ, ਹੈਰਾਨ ਹੋਗੇ। ਅਗਾਂਹ ਵੱਲ ਨੂੰ ਚੱਲਦੇ ਗਏ, ਪਿਛਾਂਹ ਨੂੰ ਨਹੀਂ ਆਏ। ਤੇ ਤੁਸੀਂ ਇਹ ਵੀ ਵੇਖੋ ਕਿ 5 ਸਾਲ ਦੀ ਉਮਰ ਦੇ ਵਿੱਚ, 6 ਸਾਲ ਦੀ ਉਮਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਉੱਥੋਂ ਬੁਲਾਉਂਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਪਟਨਾ ਸਾਹਿਬ ਤੋਂ। ਤੇ 9 ਸਾਲ ਦੀ ਉਮਰ ਸੀ ਜਦੋਂ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਸ਼ਹੀਦੀ ਦੇਣ ਲਈ ਜਾਂਦੇ ਨੇ। ਹੁਣ ਕਿੱਡਾ ਵੱਡਾ ਜ਼ਿਗਰਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਕਿ ਪਿਆਰਿਓ, ਸਿਰਫ 3 ਸਾਲ, 2.5-3 ਸਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਪਿਤਾ ਦੀ ਗੋਦ ਨੂੰ ਮਾਣਿਆ। ਸਿਰਫ 2.5-3 ਸਾਲ, ਇਹ ਤੋਂ ਵੱਧ ਸਮਾਂ ਨਹੀਂ ਬਣਦਾ। ਤੇ ਇਤਿਹਾਸ ਤੇ ਵੀ ਕਹਿੰਦਾ ਸਾਲ ਦੇ ਤਕਰੀਬ, ਸਾਲ 1.5 ਸਾਲ ਦੇ ਤਕਰੀਬਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤਾਂ ਜੰਗਲਾਂ ਦੇ ਵਿੱਚ ਹੀ ਬਤੀਤ ਹੋਇਆ ਸਫ਼ਰ ਲੰਘਦਿਆਂ। ਤੇ ਉਮਰ ਵੀ ਸਿਰਫ 42 ਸਾਲ ਉਮਰ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ। 9 ਸਾਲ ਦੀ ਉਮਰ ਦੇ ਵਿੱਚ ਪਿਤਾ ਨੂੰ ਤੋਰ ਦਿੰਦੇ ਨੇ। ਤੇ 1704 ਈਸਵੀ ਦੇ ਦਸੰਬਰ 6 ਪੋਹ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਲਾ ਛੱਡਦੇ ਨੇ ਅਨੰਦਪੁਰ ਸਾਹਿਬ ਦਾ। ਨਾਲ ਮਾਤਾ ਜੀ ਥੋੜੀਆਂ ਜੀਆਂ ਮੋਹਰਾਂ ਲੈਂਦੇ ਨੇ। ਸਾਹਿਬਜ਼ਾਦੇ ਨਾਲ ਨੇ, ਵੱਡੇ ਸਾਹਿਬਜ਼ਾਦੇ, ਛੋਟੇ ਸਾਹਿਬਜ਼ਾਦੇ ਨਾਲ ਨੇ। ਤੇ ਸਰਸਾ ਨਦੀ ਦੇ ਉੱਪਰ ਪਰਿਵਾਰ ਵਿਛੋੜਾ ਹੁੰਦਾ ਹੈ। ਆਪ ਸਾਰੇ ਜਾਣਦੇ ਹੋ, 7 ਪੋਹ ਦਾ ਜਿਹੜਾ ਦਿਨ ਸੀ, ਸਾਰਾ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੰਗ ਲੜਦੇ ਜਾਂਦੇ ਨੇ। ਔਰ ਇੱਥੇ ਮੈਂ ਥੋੜੀ ਜੀ ਗੱਲ ਕਰਾਂ, ਇੱਥੇ ਕੋਟਲਾ ਨਿਹੰਗ ਖਾਂ ਦਾ ਜ਼ਿਕਰ ਕਰਨਾ ਬੜਾ ਜ਼ਰੂਰੀ ਹੈ। ਇੱਥੇ ਇਹ ਚਲੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਲੜਾਈ ਧਰਮ ਦੇ ਨਾਲ ਨਹੀਂ ਸੀ। ਇੱਥੇ ਮੁਸਲਮਾਨ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮੁਰੀਦ ਨੇ। ਇੱਥੇ ਕੋਟਲਾ ਨਿਹੰਗ ਖਾਂ ਜਦੋਂ ਸਰਸਾ ਦਾ ਯੁੱਧ ਹੋਇਆ, ਉੱਥੇ ਸਵੇਰੇ ਅੰਮ੍ਰਿਤ ਵੇਲਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਂਭਿਆ ਜੀ। ਚਲੋ ਅੱਜ ਤੇ ਸੁੱਖਾਂ ਦੀ ਮੈਂ ਇਸ ਗੱਲ ਤੇ ਬੜਾ ਜ਼ੋਰ ਦਿੰਦਾ ਨਾ ਕਿ ਪਿਆਰਿਓ, ਸਿੱਖ ਹੋ ਕੇ ਕਦੇ ਵੀ ਅੰਮ੍ਰਿਤ ਵੇਲਾ ਨਾ ਖੁੰਝਾਇਆ ਕਰੋ। ਅੰਮ੍ਰਿਤ ਵੇਲਾ ਤੁਹਾਡਾ ਵੱਤਰ ਹੈ। ਅੰਮ੍ਰਿਤ ਵੇਲਾ ਸਾਡਾ ਉਹ ਸਮਾਂ ਹੈ ਜਿਸ ਵਕਤ ਅਸੀਂ ਬੀਜ ਪਾਉਣਾ ਹੈ। ਤੇ ਖੇਤੀ ਕਰਨ ਵਾਲੇ ਇੱਥੇ ਬੈਠੇ ਹੋਣਗੇ ਪਿਆਰੇ, ਚਲੋ ਦਾਸ ਦਾ ਸੰਬੰਧ ਵੀ ਖੇਤੀ ਨਾਲ ਹੈ। ਅਸੀਂ ਪਿੰਡਾਂ ਦੇ ਵਿੱਚ ਵਿਚਰਦੇ, ਜਦੋਂ ਵੱਤਰ ਦੇ ਵਿੱਚ ਬੀਜ ਪਾਇਆ ਜਾਵੇ ਉਹਦਾ ਪੁੰਗਾਰਾ ਬੜਾ ਵਧੀਆ ਹੁੰਦਾ ਜੇ। ਅੱਜ ਬੜੇ ਗੁਰਮੁਖ ਪਿਆਰੇ ਸਟੇਜਾਂ ਤੋਂ ਕਹਿਣ ਲੱਗ ਪਏ, ਨਹੀਂ ਜੀ ਅੰਮ੍ਰਿਤ ਵੇਲੇ ਦੀ ਕੀ ਲੋੜ, ਜਦੋਂ ਮਰਜੀ ਬਾਣੀ ਪੜ੍ਹ ਲਓ। ਠੀਕ ਹੈ, ਜਦੋਂ ਮਰਜੀ ਬਾਣੀ ਪੜ੍ਹ ਲਓ, ਹਰ ਵਕਤ ਪੜ੍ਹ ਸਕਦੇ ਹਾਂ। ਪਰ ਇੱਕ ਗੱਲ ਧਿਆਨ ਨਾਲ ਵੇਖਿਓ, ਜਿਹਨੇ ਆਪਣੇ ਅੰਦਰ ਦੇ ਰੌਲੇ ਨੂੰ ਸੁਣਨਾ ਹੋਵੇ ਪਿਆਰਿਓ, ਉਹ ਅੰਮ੍ਰਿਤ ਵੇਲੇ ਚੌਂਕੜਾ ਮਾਰ ਕੇ ਬੈਠਿਓ, ਤੁਹਾਨੂੰ ਆਪਣੇ ਅੰਦਰ ਦਾ ਰੌਲਾ ਸੁਣਾਈ ਦੇਵੇਗਾ। ਅੰਮ੍ਰਿਤ ਵੇਲੇ ਤੋਂ ਬਾਅਦ ਦੁਨੀਆ ਦਾ ਰੌਲਾ ਸ਼ੁਰੂ ਹੁੰਦਾ ਹੈ। 6 ਵਜੇ ਤੋਂ ਬਾਅਦ, ਮੈਂ ਚਲੋ ਹੈ ਤੇ ਵੈਸੇ ਵਕਤਾ ਬਣਦਾ ਹੈ, 6 ਵਜੇ ਤੋਂ ਬਾਅਦ ਦੁਨੀਆ ਦਾ ਰੌਲਾ ਸ਼ੁਰੂ ਹੋ ਜਾਂਦਾ ਹੈ। ਉਸ ਰੌਲੇ ਦੇ ਵਿੱਚ ਬੰਦਾ ਆਪਣਾ ਆਪ ਗਵਾ ਲੈਂਦਾ ਹੈ। ਪਰ ਪਿਆਰਿਓ, ਜੇ ਆਪਣੇ ਅੰਦਰ ਦਾ ਰੌਲਾ ਵੇਖਣਾ ਜੇ ਨਾ, ਸੁਣਨਾ ਜੇ, ਤੇ ਸੱਚ ਕਰਕੇ ਜਾਣਿਓ, ਅੰਮ੍ਰਿਤ ਵੇਲੇ ਕਿਤੇ ਚੌਂਕੜਾ ਮਾਰ ਕੇ ਸੁਣ ਕੇ ਵੇਖਿਓ, ਤੁਹਾਡੇ ਕੋਲ ਸੁਣਿਆ ਨਹੀਂ ਜਾਵੇਗਾ। ਸੁਣਿਆ ਨਹੀਂ ਜਾਵੇਗਾ ਅੰਦਰ ਕੀ ਕੁਝ ਚੱਲਦਾ। ਉਹ ਵਾਤਾਵਰਨ ਹੈ, ਸਮਾਂ ਹੈ। ਤੇ ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅੰਮ੍ਰਿਤ ਵੇਲਾ ਸਾਂਭਿਆ।
ਉੱਥੇ ਕੀਰਤਨ ਹੋਇਆ, ਆਸਾ ਕੀ ਵਾਰ ਦਾ ਦੀਵਾਨ ਲੱਗਾ। ਇੱਕ ਪਾਸੇ ਢੋਲਕੀਆਂ ਛੈਣੇ ਖੜਕਦੇ ਨੇ, ਦੂਜੇ ਪਾਸੇ ਹਥਿਆਰ ਛੜਕਦੇ ਪਏ ਨੇ। ਤਲਵਾਰ ਦੇ ਨਾਲ ਤਲਵਾਰ ਖੜਕਦੀ ਹੈ, ਨੇਜੇ ਢਾਲਾਂ ਖੜਕਦੀਆਂ। ਤੇ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਅੱਤ ਦੇ ਮੁਸੀਬਤ ਸਮੇਂ ਵੀ ਪਿਆਰਿਓ ਅੰਮ੍ਰਿਤ ਵੇਲਾ ਨਹੀਂ ਖੁਝਾਉਂਦੇ ਪਏ, ਪੂਰਨੇ ਪਾ ਕੇ ਦੇ ਗਏ ਨੇ, ਤੇ ਸਾਡੀ ਫਿਰ ਸੁਰਤ ਬੜੀ ਛੋਟੀ ਹੋਈ ਨਾ, ਜਾਂ ਮੈਂ ਇਹ ਕਹਿ ਲਵਾਂ ਸਾਡੀ ਬੜੀ ਸਿਆਣਪ ਥੋੜੀ ਹੋਈ ਨਾ, ਜਿਹੜਾ ਅਸੀਂ ਅੱਜ ਕਿੰਤੂ ਪਰੰਤੂ ਕਰ ਦਿੰਦੇ ਕਿ ਅੰਮ੍ਰਿਤ ਵੇਲਾ ਕਾਹਦਾ ਹੈ। ਉਹ ਵੀ ਜਾ ਸਕਦੇ ਸੀ ਉੱਥੋਂ, ਕੋਈ ਏਡੀ ਗੱਲ ਨਹੀਂ ਸੀ। ਭਾਈ ਦਇਆ ਸਿੰਘ ਨੇ ਵੀ ਕਿਹਾ ਕਿ ਪਾਤਸ਼ਾਹ ਅੱਗੇ ਜਾ ਕੇ ਕਰ ਲੈਂਦੇ। ਕਹਿਣ ਲੱਗੇ ਨਹੀਂ, ਪੂਰਨਾ ਪਾ ਕੇ ਦੇ ਕੇ ਚੱਲੇ ਆ, ਰਹਿੰਦੀ ਦੁਨੀਆ ਤੱਕ ਸਿੱਖ ਅੰਮ੍ਰਿਤ ਵੇਲਾ ਨਹੀਂ ਖੁੰਝਾਵੇਗਾ। ਪਰ ਮੈਂ ਤੇ ਇਹ ਬੇਨਤੀ ਕੀਤੀ, ਜੇ ਕੋਈ ਸਿੱਖ ਹੋਵੇਗਾ, ਮੈਂ ਸ਼ਬਦ ਸੁਣਿਓ, ਸਿੱਖ ਜ਼ੁਬਾਨੀ ਕਲਾਮੀ ਤੇ ਅਸੀਂ ਸਾਰੇ ਸਿੱਖ ਕਹਾਉਂਦੇ ਆ, ਪਰ ਮੈਂ ਇਹ ਸ਼ਬਦ ਕਵਾਂ, ਸਿੱਖ ਕੱਲਾ ਅੱਖਰ ਦਾ ਨਾਂ ਨਹੀਂ, ਸਿੱਖ ਕਮਾਈ ਦਾ ਨਾਂ ਹੈ। ਜਿਸ ਗੁਰਮੁਖ ਪਿਆਰੇ ਨੇ ਕਮਾਈ ਕੀਤੀ, ਉਹਦੀ ਝੋਲੀ ਵਿੱਚ ਗੁਰੂ ਨੇ ਤਰੁੱਟ ਕੇ ਦਾਤ ਪਾਈ। ਸਿੱਖੀ ਕਮਾਈ ਦਾ ਨਾਂ ਹੈ, ਅੱਖਰਾਂ ਦਾ ਨਾਂ ਨਹੀਂ। ਪਰ ਅੱਜ ਸਿੱਖ ਨੇ ਕੇਵਲ ਅੱਖਰਾਂ ਦਾ ਨਾਂ ਕਰਕੇ ਸਾਹਮਣੇ ਰੱਖ ਲਏ। ਤੇ ਕਮਾਈ ਹੁੰਦੀ ਹੈ ਅੰਮ੍ਰਿਤ ਵੇਲੇ ਤੋਂ ਸ਼ੁਰੂ, ਰੂਹਾਨੀਅਤ ਦੀ ਕਮਾਈ। ਉੱਥੇ ਬਚਿੱਤਰ ਸਿੰਘ ਮਹਾਰਾਜ, ਬਚਿੱਤਰ ਸਿੰਘ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਥੀ ਜਿਹਨਾਂ ਨਾਗਨੀ ਮਾਰੀ ਸੀ, ਉੱਥੇ ਜ਼ਖਮੀ ਹੁੰਦੇ ਨੇ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਟਲੇ ਨਿਹੰਗ ਖਾਂ ਦੇ ਘਰ ਬਚਿੱਤਰ ਸਿੰਘ ਨੂੰ ਠਹਿਰਾਉਂਦੇ ਨੇ। ਤੇ ਕੋਟਲਾ ਨਿਹੰਗ ਖਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਮਰੀਦ ਸੀ ਜੀ ਪਿਆਰਿਓ। ਉੱਥੇ ਫੌਜ ਆਉਂਦੀ ਹੈ, ਮੈਂ ਥੋੜਾ ਸ਼ਾਰਟ ਦੇ ਵਿੱਚ ਗੱਲ ਕਰਾਂ, ਤੇ ਬਾਈ ਬਚਿੱਤਰ ਸਿੰਘ ਉੱਥੇ ਮੰਜੇ ਦੇ ਉੱਪਰ ਲੇਟੇ ਨੇ ਇੱਕ ਕਮਰੇ ਦੇ ਵਿੱਚ ਸਾਈਡ ਤੇ ਫੌਜ ਪੁੱਛਦੀ ਅੰਦਰ ਕੌਣ ਹੈ। ਆ ਵੇਖੋ ਹੁਣ ਸੁਰਤ ਕਿੱਡੀ ਉੱਚੀ ਹੈ, ਗੁਰੂ ਨਾਲ ਪ੍ਰੇਮ ਕਿੰਨਾ ਹੈ। ਗੁਰੂ ਦਾ ਕਹਿਆ ਹੋਇਆ ਬੋਲ ਪਕਾਉਣ ਲੱਗਾ ਇੱਥੇ ਕੋਟਲਾ ਨਿਹੰਗ ਖਾਂ। ਕਹਿਣ ਲੱਗੇ ਕੌਣ ਅੰਦਰ ਪਿਆ ਹੈ। ਉਹਨੇ ਕਿਹਾ ਜੀ ਮੇਰਾ ਜਵਾਈ ਤੇ ਮੇਰੀ ਧੀ ਅੰਦਰ ਪਈ ਹੈ। ਆਹ ਬਚਨ ਸੀ ਉਹਦੇ। ਸਮਾਂ ਲੰਘਿਆ, ਭਾਈ ਬਚਿੱਤਰ ਸਿੰਘ ਉੱਥੇ ਸ਼ਹੀਦ ਹੁੰਦੇ ਨੇ। ਤੇ ਜਿਹੜੀ ਧੀ ਸੀ, ਉਸ ਧੀ ਨੇ ਪਿਆਰਿਓ ਸਾਰੀ ਉਮਰ ਵਿਆਹ ਨਹੀਂ ਕਰਵਾਇਆ। ਵਿਆਹ ਦਾ ਸਮਾਂ ਆਇਆ, ਕਹਿਣ ਲੱਗੇ ਤੇਰਾ ਨਿਕਾਹ ਕਰਨਾ ਹੈ। ਧੀ ਕਹਿਣ ਲੱਗੀ ਅੱਬਾ ਜਾਨ ਨਿਕਾਹ ਤੇ ਹੋ ਗਿਆ। ਕਦੋਂ ਹੋ ਗਿਆ। ਕਹਿਣ ਲੱਗੇ ਜਿਸ ਵਕਤ ਤੁਸੀਂ ਕਿਹਾ ਸੀ ਕਿ ਅੰਦਰ ਮੇਰਾ ਜਵਾਈ ਤੇ ਮੇਰੀ ਧੀ ਪਈ ਹੈ, ਮੈਂ ਤੇ ਉਸੇ ਦਿਨ ਹੀ ਨਿਭਾਈ ਗਈ ਸੀ। ਉਹ ਪਿਆਰਿਓ ਉਹ ਕੁਵਾਰੀ ਉਸਨੇ ਆਪਣਾ ਦਮ ਤੋੜਿਆ। ਤੇ ਇਤਿਹਾਸ ਉਹੀ ਹੁੰਦਾ ਜਿਹੜਾ ਆਪਣੇ ਆਪ ਨੂੰ ਦੁਹਰਾਉਂਦਾ ਹੈ। 84 ਲੰਘੀ, ਇੱਥੇ ਇੰਦਰਾ ਗਾਂਧੀ ਨੂੰ ਜਿਨ੍ਹਾਂ ਨੇ ਗੱਡੀ ਚਾੜਿਆ, ਇੱਥੇ ਉਹ ਤੁਸੀਂ ਜਦੋਂ ਵੇਖਦੇ ਹੋ, ਉਹ ਬੀਬੀ ਨੇ ਵੀ ਫੋਟੋ ਦੇ ਨਾਲ ਲਾਵਾਂ ਲਈਆਂ। ਸਾਰੀ ਜ਼ਿੰਦਗੀ ਉਹਨੇ ਇਵੇਂ ਆਪਣਾ ਜੀਵਨ ਗੁਜ਼ਾਰਿਆ। ਇਤਿਹਾਸ ਜਿਹੜਾ ਆਪਣੇ ਆਪ ਨੂੰ ਦੁਹਰਾਵੇ। ਖੈਰ, ਗੁਰੂ ਗੋਬਿੰਦ ਸਿੰਘ ਮਹਾਰਾਜ ਕਿਲਾ ਛੱਡਦੇ ਨੇ, ਪਰਿਵਾਰ ਵਿਛੋੜਾ ਹੁੰਦਾ ਹੈ। 7 ਪੋਹ ਦਾ ਦਿਨ, ਸਾਰਾ ਦਿਨ ਜੰਗ ਚੱਲਦਾ ਜਾਂਦਾ ਹੈ। ਰੰਗੜਾਂ ਦਾ ਇਲਾਕਾ ਸੀ। ਤੇ ਰਾਤ ਸ਼ਾਮ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਕੱਚੀ ਗੜੀ ਦੇ ਵਿੱਚ ਸ਼ਰਨ ਲੈਂਦੇ ਨੇ। ਇੱਥੇ ਹੁਣ ਅੱਲਾ ਜ਼ਾਰ ਖਾਂ ਦੇ ਬੋਲ ਮੈਨੂੰ ਥੋੜੇ ਜਿਹੇ ਯਾਦ ਆਉਂਦੇ। ਉਹ ਕਹਿੰਦੇ ਜਦੋਂ ਕੱਚੀ ਗੜੀ ਦੇ ਸਾਹਮਣੇ ਗੁਰੂ ਗੋਬਿੰਦ ਸਿੰਘ ਮਹਾਰਾਜ ਖੜੇ ਹੋ ਕੇ ਤੱਕਦੇ ਨੇ ਗੜੀ ਨੂੰ, ਤੇ ਇਵੇਂ ਤੱਕਦੇ ਨੇ ਜਿਵੇਂ ਕੋਈ ਪੁਰਾਣਾ ਰਿਸ਼ਤਾ ਹੁੰਦਾ ਇਸ ਗੜੀ ਦੇ ਨਾਲ। ਉੱਥੇ ਅੱਲਾ ਯਾਰ ਖਾਂ ਜੋਗੀ ਨੇ ਨਕਸ਼ਾ ਖਿੱਤਿਆ। ਉਹ ਕਹਿੰਦਾ ਜਿਸ खित्ते में कहते थे हम आना ये वही है, कल लुट के जहां से जाना ये वही है, जहां बच्चों को है कटाना ये वही है, मिट्टी भी कह देती है ठिकाना ये वही है। ਇਹ ਅੱਲਾ ਯਾਰ ਖਾਂ ਜੋਗੀ ਦੇ ਬਚਨ। ਉਹ ਕਹਿੰਦਾ ਜਦੋਂ ਥੱਕੇ ਟੁੱਟੇ ਸਿੰਘ ਸੀ, ਉਹਨੇ ਨਕਸ਼ਾ ਖਿੱਚਿਆ। ਉਹ ਕਹਿੰਦਾ ਕੁਛ ਲੇਟ ਗਏ ਖਾਕ ਪੇ ਜੀ ਪੋਸ਼ ਬਿਚਾ ਕਰ। ਤੇ ਜੀ ਪੋਸ਼ ਕਹਿੰਦੇ ਨੇ ਜਿਹੜੀ ਘੋੜੇ ਦੇ ਉੱਪਰ ਕਾਠੀ ਪਈ ਹੁੰਦੀ ਹੈ ਨਾ, ਜਿਹੜਾ ਉਹਦੇ ਉੱਪਰ ਕੱਪੜਾ ਹੁੰਦਾ, ਗੱਦੀ ਹੁੰਦੀ, ਉਹ ਉਤਾਰੀ ਸਿੱਖਾਂ ਨੇ। ਤੇ ਹੈ ਕੀ ਸੀ ਕੋਲ? ਭੁੱਖੇ ਪਿਆਸੇ, ਨਾ ਕੋਲ ਕੋਈ ਕੱਪੜਾ। ਤੇ ਉੱਥੇ ਪਿਆਰਿਆਂ ਨੇ ਜਾ ਕੇ ਆਪਣੇ ਧਰਤੀ ਦੇ ਉੱਪਰ ਭੋਏ ਜ਼ਮੀਨ ਦੇ ਉੱਪਰ ਜਦੋਂ ਵਿਸ਼ਰਾਮ ਕਰਨਾ ਸ਼ੁਰੂ ਕੀਤਾ, ਅੱਲਾ ਯਾਰ ਖਾਂ ਜੋਗੀ ਕਹਿੰਦਾ ਕੁਛ ਲੇਟ ਗਏ ਖਾਕ ਪੇ ਜੀ ਪੋਸ਼ ਬਿਛਾ ਕਰ, ਪਹਿਰਾ ਲਗੇ ਦੇਨੇ ਤਲਵਾਰ ਉਠਾ ਕਰ। ਕੁਝ ਪਹਿਰਾ ਦੇਣ ਲੱਗ ਪਏ। फिर कहते गोबिंद भी शाबाश हुए खैमे में जाकर, देखा तो बैठे थे गर्दन को झुकाकर, वाहिगुरु वाहिगुरु है मुंह से निकलता,
तू ही तू है मुंह से निकलता। उन्हें बड़ा सोहना नक्शा खिंचिया जी। अल्लाह यार खां जोगी दी किते पढ़ियो किताब। उन्हें फिर कहंदा जो अद्धी क रात लंघी ते गुरु गोबिंद सिंह महाराज फिर उत्थे बाहर आउंदे ने। वो कहंदा जब 1.5 घड़ी रात गई जिक्र खुदा में, खैमे से निकल आए सरकार हवा में। तन गुरु गोबिंद सिंह महाराज अपने साथियों नूं अपने सिंघां नूं सुत्तियां होया वेखदे। जब 1.5 घड़ी रात गई जिक्र खुदा में, खैमे से निकल आए सरकार हवा में। कदमों से टहलते थे मगर दिल था दुआ में। दुख दा समा बनिया प्यारियो, दिल दुआ दे विच, परमात्मा दी याद दे विच। कदमों से टहलते थे मगर दिल था दुआ में। बोले ऐ खुदावंद हो खुश तेरी रजा में। करतार से कहते थे गोया रूबरू होकर, कल जाऊंगा मैं चमकौर से सुरखरू होकर। अलामा नहीं जो नर दुख में दुख नहीं माने। उलामा नहीं किते मेरे गुरु ने एक बार भी नहीं परमात्मा नूं मारिया। ते प्यारियो किते साडी छोटी जी किते शरीर ते कोई फट लग जावे असीं कहने परमात्मा की विगाड़िया तेरा। असीं उलामे ताने देने शुरू कर दिंदे हां, पर गुरु दा सिख जिहड़ा होवेगा कदे उलामा नहीं दिंदा। पर इह सुरत बनाउणी पवेगी ना, इह सुरत नूं उच्चा चुकना पवेगा। ते सुरत नूं जेकर उच्चा करना है ते इक्को एक तरीका, एक ते अमृत वेला कदे ना खंजाओ। दूजा गुरु ग्रंथ साहिब महाराज जी दे 1430 अंगां दा सहज पाठ करना शुरू कर दो। बाणी ऑटोमैटिकली सुरत उच्चियां कर देवेगी। असीं ना कई बार कहने अमृत छको जी, अमृत दे धार नहीं हो, कहना पैंदा है ना। पर मैं कई बार कहना जे कह के धक्के ना शिकाया ते की शिकाया। ਜਦੋਂ ਤੁਸੀਂ ਬਾਣੀ ਪੜੋਗੇ ਨਾ ਅੰਦਰ ਪ੍ਰੇਮ ਉੱਠੇਗਾ ਗੁਰੂ ਪ੍ਰਤੀ। ਤੇ ਜਦੋਂ ਗੁਰੂ ਪ੍ਰਤੀ ਪ੍ਰੇਮ ਉੱਠੇਗਾ, ਗੁਰੂ ਦੇ ਦਿੱਤੇ ਹੋਏ ਵਸਤਰ, ਗੁਰੂ ਦਾ ਦਿੱਤਾ ਹੋਇਆ ਬਾਣਾ ਬੜਾ ਚੰਗਾ ਲੱਗੇਗਾ। ਜਦੋਂ ਬਾਣਾ ਚੰਗਾ ਲੱਗਿਆ ਕਰੇਗਾ ਨਾ, ਉਸ ਬਾਣੇ ਨੂੰ ਪਹਿਨਣ ਨੂੰ ਦਿਲ ਕਰੇਗਾ। ਤੇ ਉਹ ਫਿਰ ਬਾਣਾ ਇਸ ਤਰੀਕੇ ਦੇ ਨਾਲ ਪਹਿਨਾਂਗੇ, ਫਿਰ ਰਾਤ ਨੂੰ ਸੌਣ ਲੱਗਿਆ ਜਾਂ ਉਹ ਕਿੱਲੀ ਦੇ ਨਾਲ ਨਹੀਂ ਗਾਤਰਾ ਟੰਗੇਗਾ। ਵਾਹਿਗੁਰੂ ਮੈਂ ਕਹਿ ਦੇਵਾਂ ਬਚਨ, ਮਾਫ ਕਰਿਓ ਮੈਨੂੰ, ਉਹ ਕਿੱਲੀ ਦੇ ਨਾਲ ਨਹੀਂ ਗਾਤਰਾ ਟੰਗੇਗਾ। ਜਿੱਥੇ ਪ੍ਰੇਮ ਹੋਵੇਗਾ, ਪ੍ਰੇਮੀ ਦੀ ਦਿੱਤੀ ਹੋਈ ਚੀਜ਼ ਦਿਲ ਨੂੰ ਪਿਆਰੀ ਲੱਗਦੀ ਹੈ, ਸਮ ਰਗਦਾ ਰੱਖਦਾ ਹੈ। ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪ੍ਰੇਮ ਕਰਦੇ ਨਾ ਪਿਆਰਿਓ, ਤੇ ਫਿਰ ਉਹਦੇ ਦਿੱਤਾ ਹੋਇਆ ਪਹਿਰਾਵਾ ਗੁਰੂ ਨੂੰ ਆਪਣੀ ਜਾਨ ਤੋਂ ਵੱਧ ਪਿਆਰਾ ਲੱਗਣਾ ਚਾਹੀਦਾ। ਉਹਦੇ ਸ਼ਸਤਰ, ਉਹਦੇ ਕੇਸ, ਆ ਦਿਨ ਚੱਲਦੇ ਨੇ। ਮੈਂ ਕਹਿ ਦੇਵਾਂ, ਮੈਂ ਬੇਨਤੀ ਕਰਨ ਲੱਗਾ ਹੱਥ ਜੋੜ ਕੇ, ਚਲੋ ਲਾਈਵ ਚੱਲਦਾ ਹੈ। ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪ੍ਰੇਮ ਕਰਦੇ ਹੋ ਤੇ ਕਦੇ ਵੀ ਆਪਣੇ ਰੋਮਾਂ ਦੀ ਬੇਅਦਬੀ ਨਾ ਕਰਿਆ ਕਰੋ। ਇਹ ਗੁਰੂ ਦੀ ਮੋਹਰ ਹੈ। ਕੇਸ ਕੱਟਣ ਵਾਲੇ ਤੇ ਕੇਸ ਕਟਾਉਣ ਵਾਲੇ ਦੋਨਾਂ ਨੂੰ ਹੱਥ ਜੋੜ ਕੇ ਗੁਜ਼ਾਰਿਸ਼ ਹੈ। ਆ ਕੇਸ ਕਟਾਉਣ ਵਾਲੇ ਜਿਹੜੇ ਨੇ ਤੇ ਕੇਸ ਜਿਹੜੇ ਕੱਟਣ ਵਾਲੇ ਨੇ, ਜਿਹੜੇ ਕੱਟਦੇ ਨੇ, ਉਹ ਕੱਟ ਕੇ ਬੱਚਿਆਂ ਦੇ ਮੂੰਹ ਦੇ ਵਿੱਚ ਰੋਜ਼ੀ ਰੋਟੀ ਦੇ ਨਾਲ ਬੁਰਕੀ ਪਾਉਂਦੇ ਨੇ ਨਾ ਪਰਿਵਾਰ ਦੀ। ਉਹ ਭਲਿਆ ਤੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਮੋਹਰ ਨੂੰ ਖਤਮ ਕਰਕੇ ਆਪਣੀ ਰੋਜੀ ਰੋਟੀ ਕਮਾ ਰਿਹਾ ਹੈ। ਉਸ ਰੋਜੀ ਰੋਟੀ ਤੋਂ ਕਮਾਏ ਹੋਏ ਪੈਸਿਆਂ ਤੋਂ ਆਪਣੇ ਬੱਚਿਆਂ ਦੇ ਮੁਖ ਦੇ ਵਿੱਚ ਗਰਾਈ ਪਾ ਰਿਹਾ ਹੈ। ਉਹ ਗੁਰੂ ਦੀ ਮੋਹਰ ਨੂੰ ਖਤਮ ਕਰਕੇ ਆਪਣੇ ਬੱਚਿਆਂ ਦੇ ਮੂੰਹ ਦੇ ਵਿੱਚ ਗਰਾਈ ਪਾਉਂਦਾ ਹੈ। ਕਿੱਥੋਂ ਭਲਾ ਕਰ ਲਵੇਗਾ ਪਰਿਵਾਰ? ਨਹੀਂ ਹੋ ਸਕਦਾ। ਸੋਚਦੇ ਨਹੀਂ ਅਸੀਂ, ਸੁਰਤ ਬੜੀ ਨੀਵੀਂ ਹੋ ਗਈ ਨਾ। ਕਹਿੰਦੇ ਜੀ ਬੜਾ ਸੋਹਣਾ ਲੱਗਦਾ ਹੈ ਕੇਸ ਕੱਟ ਕੇ। ਦੁਨੀਆ ਦੀ ਨਿਗਾਹ ਦੇ ਵਿੱਚ ਸੋਹਣਾ ਲੱਗਦਾ ਹੋਵੇਗਾ, ਸਮਾਜ ਨੂੰ ਸੋਹਣਾ ਲੱਗਦਾ ਹੋਵੇਗਾ, ਪਰ ਮੇਰੇ ਗੁਰੂ ਦੀ ਨਿਗਾਹ ਦੇ ਵਿੱਚ ਤੂੰ ਬੜਾ ਭੈੜਾ ਲੱਗਦਾ, ਸੋਹਣਾ ਨਹੀਂ ਲੱਗਦਾ। ਮਾਫ ਕਰਿਓ। ਕੇਸ ਕੱਟਣ ਵਾਲਿਆਂ ਨੂੰ ਵੀ ਬੇਨਤੀ ਹੈ ਤੇ ਜਿਹੜੇ ਕੇਸ ਕਟਾਉਂਦੇ ਨੇ ਉਹਨਾਂ ਨੂੰ ਵੀ ਬੇਨਤੀ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਵੇਖਿਆ ਕਰੋ ਇੱਕ ਵਾਰ ਜਦੋਂ ਕੇਸ ਕਟਾਉਣ ਜਾਂਦੇ ਆ। ਕਿ ਬਾਅਦ ਦੇ ਵਿੱਚ ਉਹਦੇ ਸਾਹਮਣੇ ਇਸ ਤਰੀਕੇ ਦੇ ਨਾਲ ਖੜ ਜਾਓਗੇ? ਨਹੀਂ ਖੜ ਸਕਦੇ। ਹਾਂ, ਜ਼ਮੀਰ ਮਾਰ ਕੇ ਕੋਈ ਖੜੀ ਜਾਵੇ ਤੇ 100 ਵਾਰ ਵਾਹਿਗੁਰੂ ਖੜੀ ਜਾਵੇ, ਮੈਨੂੰ ਮਾਫ ਕਰਿਓ, ਪਰ ਦੂਜੇ ਲੋਕ ਨਹੀਂ ਤੁਸੀਂ ਖੜ ਸਕਦੇ। ਮੇਰੇ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹ ਸਮਾਂ ਤੱਕੋ ਜਿਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਕਿ ਮੈਂ ਇੱਥੋਂ ਸੁਰਖਰੂ ਹੋ ਕੇ ਜਾਵਾਂਗਾ, ਇੱਥੋਂ ਹਾਰ ਕੇ ਨਹੀਂ ਜਾਵਾਂਗਾ। ਉਹ ਲਾਮਾ ਨਹੀਂ ਦਿੱਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ।
मैं तेरा, मेरे बच्चे भी तेरे हैं मौला, थे तेरे रहेंगे तेरे दाता, जिस हाल में रखे वो हाल है अच्छा। धन गुरु गोबिंद सिंह महाराज ने पूरने पाए ने। खैर मैं थोड़ा जिहा अगे तुरा। इत्थों फिर माछीवाड़े जंग लड़ते ने। रात 8 तरीक ਨੂੰ 8 ਪੋਹ ਨੂੰ जंग ਹੁੰਦੀ है। 8 ਪੋਹ ਦੀ रात ਨੂੰ गुरु गोबिंद सिंह महाराज चमकौर दा साहिब दा ਉਹ ਕੱਚੀ ਗੜੀ ਛੱਡਦੇ ਨੇ, ਮਾਛੀਵਾੜੇ ਦੇ ਜੰਗਲਾਂ ਵਿੱਚ ਜਾਂਦੇ ਨੇ। ਤੇ ਇਤਿਹਾਸ ਕਹਿੰਦਾ ਲਹੂ ਦੇ ਨਾਲ ਇਹ ਤਲੀਆਂ ਜਿਹੜੀਆਂ ਨੇ ਉਹ ਵਿੰਨੀਆਂ ਗਈਆਂ ਨੇ, ਕੰਡੇ ਖੁੱਬੇ ਹੋਏ ਨੇ, ਤੇੜ ਪਾਇਨੇ ਹੋਇਆ ਕਸ਼ਹਿਰਾ ਵੀ ਉਹ ਖੁੱਭ ਗਿਆ ਲੱਤਾਂ ਦੇ ਵਿੱਚ ਜੀ, ਮਾਸ ਦੇ ਵਿੱਚ। ਕੱਲੇ ਕਾਰੇ ਜਿਸ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਿਰ ਤੇ ਚੌਰ ਝੁਲਦਾ ਸੀ, ਜਿਸ ਆਨੰਦਪੁਰ ਦੀ ਗੜੀ ਦੇ ਵਿੱਚ ਉਸ ਕਿਲੇ ਦੇ ਅੰਦਰ ਰੌਣਕਾਂ ਬਣੀਆਂ ਰਹਿੰਦੀਆਂ ਸੀ, ਜਿਸ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਵਾਰੀ ਲਈ ਪ੍ਰਸ਼ਾਦੀ ਹਾਥੀ ਹਰ ਵਕਤ ਕੋਲ ਰਹਿੰਦਾ ਸੀ, ਮਹਿੰਦੀ ਤੋਂ ਮਹਿੰਗੀ ਚਾਨਣੀ ਸਿਰ ਤੇ ਲੱਗਦੀ ਸੀ, ਅੱਜ ਉਹ ਸ਼ਹਿਨशाह ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਕੱਲਾ ਨੰਗੇ ਪੈਰੀ, ਤਨ ਤੇ ਲੈਣ ਵਾਸਤੇ ਕੋਈ ਕੱਪੜਾ ਨਹੀਂ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਟਿੰਡ ਦਾ ਸਹਾਰਾ ਲੈ ਕੇ ਆਰਾਮ ਕਰਦੇ ਪਏ ਨੇ। ਕਿੱਡਾ ਵੱਡਾ ਜ਼ਿਕਰ ਹੈ। ਉਲਾਮਾ ਫਿਰ ਨਹੀਂ ਮਾਰਿਆ। ਇੱਥੇ ਖਿਆਲ ਪਾਤਸ਼ਾਹੀ ਦਸਵੇਂ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਨਾਗ ਨਿਵਾਸਾਂ ਦੇ ਰਹਿਣਾ। ਕਹਿੰਦੇ ਮੇਰਾ ਹਾਲ ਜਾ ਕੇ ਸੁਣਾਇਓ। ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਥੋੜੀ ਜੀ ਵਿਆਖਿਆ ਕਰਕੇ ਵੇਖੋ ਸ਼ਬਦ ਦੀ। ਆ ਜਿਹੜੀਆਂ ਰਾਤ ਨੂੰ ਮਖਮਲੀ ਰਜ਼ਾਈਆਂ ਦੀ ਸੇਜਾ ਮਾਣਦੇ ਆਪਾਂ, ਉੱਪਰ ਲੈਂਦੇ ਆ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਜੇ ਪ੍ਰਮਾਤਮਾ ਤੂੰ ਕੋਲ ਨਹੀਂ ਤੇ ਸੱਚ ਕਰਕੇ ਜਾਣੀ ਐਵੇਂ ਲੱਗਦਾ ਜਿਵੇਂ ਸੱਪਾਂ ਨੇ ਲਪੇਟ ਮਾਰੇ ਹੋਣ, ਇਹ ਤੋਂ ਵੱਧ ਕੇ ਕੁਛ ਨਹੀਂ। ਔਰ ਇਹ ਸ਼ਬਦ ਉਸ ਸ਼ਬਦ ਦੀ ਵਿਆਖਿਆ ਕਰਦਾ ਹੈ ਕਿ ਭਲੀ ਸੁਹਾਵੀ ਛਾਪਰੀ ਜਾ ਮਹਿ ਗੁਣ ਗਾਏ, ਕਿਤੇ ਕਾਮਨਾ ਧੌਲ ਹਰ ਜਿਤ ਹਰ ਬਿਸਰਾਏ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸ਼ਬਦ ਹੈ, ਸੇ ਅਸਤਲ ਸੋਨ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ, ਸੇ ਅਸਤਲ ਸੋਇਨ ਚੁਬਾਰੇ। ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ, ਸੇਈ ਨਗਰ ਉਜਾੜੀ ਜੀ। ਉਹ ਘਰ ਬਾਹਰ ਕਿਸੇ ਕੰਮ ਦਾ ਨਹੀਂ। ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਨਾਗ ਨਿਵਾਸਾਂ ਦੇ ਰਹਿਣ। ਸੂਲ ਸੁਰਾਹੀ ਖੰਜਰ ਪਿਆਲਾ। ਸੁਰਾਹੀ ਉਹ ਸ਼ਬਦ ਹੈ ਜਿਸ ਦੇ ਵਿੱਚ ਅਸੀਂ ਭਰ ਭਰ ਕੇ ਪਿਆਲੇ ਛਕਦੇ ਹਾਂ। ਜਾਂ ਮੈਂ ਇਹ ਕਹਿ ਲਵਾਂ ਜਿਹਦੇ ਵਿੱਚ ਕਈ ਵਾਰ ਬੰਦਾ ਸ਼ਰਾਬ ਪਾ ਕੇ ਪੀਂਦਾ ਹੈ। ਸੂਲ ਸੁਰਾਹੀ ਕਹਿੰਦੇ ਜਿਹੜੇ ਤੂੰ ਪਿਆਲੇ ਪੀਣਾ ਪਿਆ ਹੈ, ਜੇ ਪ੍ਰਮਾਤਮਾ ਦੀ ਬੰਦਗੀ ਕੋਲ ਨਹੀਂ, ਸਿਮਰਨ ਕੋਲ ਨਹੀਂ, ਸੱਚ ਕਰਕੇ ਜਾਣੀ ਤੈਨੂੰ ਐਵੇਂ ਲੱਗਣੇ ਚਾਹੀਦੇ ਨੇ ਜਿਵੇਂ ਸੂਲਾਂ ਚੁੱਭਦੀਆਂ ਨੇ। ਸੂਲ ਸੁਰਾਹੀ ਖੰਜਰ ਪਿਆਲਾ। ਤੇ ਪਿਆਲਾ ਕਿਹੜਾ ਕੰਮ ਕਰੇ? ਜਿਵੇਂ ਖੰਜਰ ਚੁੱਭਦਾ ਹੈ। ਬਿੰਗ ਕਸਾਈਆਂ ਦਾ ਸਣਾ। ਬਿੰਗ ਦਾ ਅਰਥ ਹੁੰਦਾ ਜਿਹੜੀ ਵਿੰਗੀ ਟੇਢੀ ਛੁੜੀ। ਜਿਵੇਂ ਮੰਨ ਲਓ ਐਵੇਂ ਕਹਿ ਲਵਾਂ ਕਿ ਕਸਾਈ ਮਾਸ ਨੂੰ ਨਿਚੋੜਨ ਲੱਗਿਆ, ਉਹਨੂੰ ਘੁਮਾ ਘੁਮਾ ਕੇ ਜਿਹੜਾ ਉਹਦੇ ਨਾਲ ਮਾਸ ਲਮਕ ਕੇ ਬਾਹਰ ਆਉਂਦਾ, ਬੜਾ ਦਰਦ ਵਾਲਾ ਹੁੰਦਾ। ਕਹਿੰਦੇ ਉਹ ਸਮਝੋ ਬਿੰਗ ਕਸਾਈਆਂ ਦਾ ਸਹਿਣਾ। ਫਿਰ ਕਹਿੰਦੇ ਯਾਰੜੇ ਦਾ ਸਾਨੂੰ ਸੱਥਰ ਚੰਗਾ, ਪੱਟ ਖੇੜਿਆਂ ਦਾ ਰਹਿਣਾ। ਮੈਨੂੰ ਆ ਜ਼ਮੀਨ ਕਿਤੇ ਗੁਰੂ ਚੰਗੀ, ਕਿਉਂ ਚੰਗੀ? ਅਕਾਲ ਪੁਰਖ ਵਾਹਿਗੁਰੂ ਮੇਰੇ ਕੋਲ ਹੈ, ਮੈਨੂੰ ਹੋਰ ਕੁਛ ਨਹੀਂ ਚਾਹੀਦਾ। ਇਹੀ ਜ਼ਫਰਨਾਮੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨਾ ਸਾਜੋ ਨਾ ਬਾਜੋ ਨਾ ਫੌਜੋ ਨਾ ਫਰਸ਼। ਮੇਰੇ ਕੋਲ ਕੋਈ ਸਾਜੋ ਸਮਾਨ ਨਹੀਂ, ਧਨ ਦੌਲਤ ਨਹੀਂ, ਸ਼ੌਹਰਤ ਨਹੀਂ, ਔਰੰਗਜ਼ੇਬ। ਮੇਰੇ ਕੋਲ ਕੋਈ ਬਾਜ ਨਹੀਂ, ਮੇਰੇ ਕੋਲ ਫੌਜਾਂ ਨਹੀਂ, ਮੇਰੇ ਕੋਲ ਤੋਪਾਂ ਨਹੀਂ। ਤੇਰੇ ਕੋਲ ਸਭ ਕੁਝ ਹੁੰਦਿਆਂ ਹੋਇਆਂ ਵੀ ਤੂੰ ਹਾਰ ਗਿਆ ਏ। ਮੇਰੇ ਕੋਲ ਕੁਝ ਵੀ ਨਹੀਂ ਸੀ, ਮੈਂ ਤਾਂ ਵੀ ਜਿੱਤ ਗਿਆ। ਪਤਾ ਕਿਉਂ ਜਿੱਤਿਆ ਏ? ਕਿਉਂਕਿ ਮੇਰੇ ਨਾਲ ਇੱਕ ਅਕਾਲ ਪੁਰਖ ਵਾਹਿਗੁਰੂ ਖੜਾ ਸੀ, ਦੂਜਾ ਨਹੀਂ। ਨਾ ਸਾਜੋ ਨਾ ਬਾਜੋ ਨਾ ਫੌਜੋ ਨਾ ਫਰਸ਼, ਖੁਦਾਵੰਦ ਬਖਸ਼ੰਦ ਇਹ ਐਸ਼ ਅਰਸ਼। ਮੇਰੇ ਕੋਲ ਪ੍ਰਮਾਤਮਾ ਹੈ, ਤੇ ਜਿੱਥੇ ਪ੍ਰਮਾਤਮਾ ਆ ਕੇ ਖੜ ਜਾਵੇ ਨਾ, ਉੱਥੇ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ, ਨਾ ਪੇਚੀਦ ਮੂਏ। ਕਹਿੰਦੇ ਮੇਰਾ ਆ ਵਾਲ ਨਹੀਂ ਵਿੰਗਾ ਹੋਇਆ ਚਮਕੌਰ ਦੀ ਗੜੀ ਦੇ ਵਿੱਚ, ਤੂੰ ਕਿਹੜੀਆਂ ਗੱਲਾਂ ਕਰਦਾ? ਮੈਂ ਬੜੇ ਆਰਾਮ ਦੇ ਨਾਲ ਉੱਥੋਂ ਗੁਜ਼ਰ ਕੇ ਆ ਗਿਆ।
औरंगजेब ने बड़ा हल्ला किया, बड़े कोशिश की, अलानतां इत्थों तक पाईयां कि तेरा नां औरंगजेब है। जेब दा अर्थ हुंदा आ शिंगार प्यारिओ, ते औरंग दा अर्थ हुंदा ताज। औरंगजेब कहंदा सी मैं तख्त दा ताज है। गुरु गोबिंद सिंह महाराज कहंदे तेरा नां तैनूं शोभदा नहीं, तू मलीनता दे नाल भरिया होया, तू धर्म दियां सौहां खा के मुकरिया है, तू दीन भी गवा लिया ते तू दुनी भी गवा ली। लांतां पाई औरंगजेब नूं। ते शिकस्तनामा उन्हें जिहड़ा औरंगजेब ने लिखिया सी ना, ਉਹਨੂੰ ਪੰਧਨਾਮਾ ਵੀ ਕਹਿ ਦਿੰਦੇ। ਜਦੋਂ ਮਰਿਆ ਔਰੰਗਜ਼ੇਬ 1707 ਦੇ ਵਿੱਚ, ਉਹਦੇ ਸਰਾਣੇ ਥੱਲੇ ਮਿਲਿਆ ਜੀ, ਉਹਦੇ ਵਿੱਚ ਉਹਨੇ ਲਿਖਿਆ, ਉਹਨੇ ਕਿਹਾ ਮੈਂ ਬੜੇ ਪਾਪ ਕੀਤੇ ਨੇ। ਤੇ ਡਾਕਟਰ ਬਲਵੀਰ ਸਿੰਘ ਕਹਿੰਦੇ ਨੇ, ਉਹ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਲਮ ਦੇ ਵਿੱਚ ਬੜੀ ਤਾਕਤ ਸੀ। ਕਿਸੇ ਨੂੰ ਮਾਰਨਾ ਹੋਵੇ ਹਥਿਆਰ ਚਾਹੀਦਾ, ਗੋਲੀ ਚਾਹੀਦੀ ਹੈ, ਪਰ ਜਦੋਂ ਔਰੰਗਜ਼ੇਬ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਾਰਿਆ, ਨਾ ਗੋਲੀ ਚਲਾਈ, ਨਾ ਤੀਰ ਚਲਾਇਆ, ਨਾ ਤਲਵਾਰ ਚਲਾਈ। ਗੁਰੂ ਗੋਬਿੰਦ ਸਿੰਘ ਮਹਾਰਾਜ ਔਰੰਗਜ਼ੇਬ ਨੂੰ ਆਪਣੇ ਸ਼ਬਦਾਂ ਦੇ ਬਾਣ ਮਾਰ ਮਾਰ ਕੇ ਮਾਰਿਆ, ਸ਼ਬਦਾਂ ਦੇ ਬਾਣ ਮਾਰੇ। ਉਹ ਜਦੋਂ ਪੜ੍ਹਿਆ ਅੰਦਰੋਂ ਵਲੂੰਦਰਿਆ ਗਿਆ। ਉਹਨੇ ਫਿਰ ਮਾਫੀ ਤੱਕ ਵੀ ਮੰਗੀ, ਇਤਿਹਾਸ ਦੇ ਵਿੱਚ ਆਉਂਦਾ ਹੈ, ਮਿਲਣ ਦੀ ਇੱਛਾ ਪ੍ਰਗਟ ਕੀਤੀ। ਉੱਥੇ ਪੰਧਨਾਮੇ 'ਚ ਉਹਨੇ ਲਿਖਿਆ ਜੀ, ਇੱਕ ਸ਼ਿਕਸ਼ਨਾਮੇ ਦੇ ਵਿੱਚ ਉਹ ਕਹਿੰਦਾ ਮੇਰੀ ਲਾਸ਼ ਦੇ ਲਾਗੇ ਕੋਈ ਬੂਟਾ ਨਾ ਲਾਇਓ, ਮੈਂ ਜਦੋਂ ਮੈਨੂੰ ਕਬਰ 'ਚ ਦੱਬੋਗੇ ਨਾ, ਕਹਿੰਦਾ ਮੇਰੀ ਕਬਰ ਦੇ ਨੇੜੇ ਕੋਈ ਛਾਂ ਵਾਲਾ ਬੂਟਾ ਨਾ ਲਾਇਓ, ਮੈਂ ਇੰਨੇ ਪਾਪ ਕੀਤੇ ਨੇ ਕਿ ਮੇਰੀ ਲੋਥ ਨੂੰ ਵੀ ਠੰਡੀ ਛਾਂ ਮਾਨਣ ਦਾ ਕੋਈ ਹੱਕ ਨਹੀਂ। ਇਹ ਉਹਨੇ ਕਿਹਾ ਖੁਦ, ਮੁੜ ਕੇ ਲਿਖਿਆ ਉਹਨੇ ਪੰਧਨਾਮਾ। ਤੇ ਗੁਰੂ ਪਿਆਰ ਵਾਲਿਓ, ਅਕਾਲ ਪੁਰਖ ਵਾਹਿਗੁਰੂ ਬਖਸ਼ਿਸ਼ ਕਰੇ। ਮੈਂ ਥੋੜੀ ਜਿਹੀ ਇੰਨੀ ਬੇਨਤੀ ਕਰਾਂ, ਆਹ ਜਿਹੜਾ ਸੰਸਾਰ ਚੱਲਦਾ ਹੈ, ਕਲਯੁਗ ਦਾ ਸਮਾਂ ਹੈ, ਪਤਾ ਨਹੀਂ ਇੱਥੇ ਕਿਹੜੇ ਵੇਲੇ ਕੀ ਹੋ ਜਾਣਾ। ਕਦੇ ਵੀ ਮਾਣ ਨਾ ਕਰੋ। ਅਜੇ ਸੋ ਨਾਉ ਸਮੁੰਦਰ ਮੈਂ ਕਿਆ ਜਾਨੋ ਕਿਆ ਹੋਏ। ਇਸ ਲਈ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ, ਅਕਾਲ ਪੁਰਖ ਦੀ ਬਖਸ਼ਿਸ਼ ਵਰਤਦੀ ਹੈ। ਸੋਨੇ ਨੂੰ ਸੋਨਾ ਕਰਕੇ, ਸੋਨੇ ਨੂੰ ਮਿੱਟੀ ਕਰਕੇ, ਮਾਨ ਨੂੰ ਅਪਮਾਨ, ਤਿਆਗ, ਬਰਾਬਰ ਦਾ ਸਮਤਲ ਦਾ ਜੀਵਨ ਤਾਂ ਬਣਦਾ ਏ। ਗੁਰ ਕਿਰਪਾ ਜਿਹ ਨਰਕੋ ਕੀਨੀ ਤੇ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ। ਉਹ ਲੀਨ ਹੋ ਜਾਂਦਾ ਹੈ ਅਕਾਲ ਪੁਰਖ ਦੇ ਵਿੱਚ। ਸਾਹਿਬਜ਼ਾਦੇ 13 ਪੋਹ ਨੂੰ 27 ਜਿਹੜੀ ਇਹ ਦਸੰਬਰ ਦੀ ਦਿਨ ਗਿਣਤੀ ਦੀਆਂ ਪੇਸ਼ੀਆਂ ਹੋਈਆਂ, 11 12, ਚਲੋ ਮੈਂ ਉਹਨਾਂ ਦਾ ਥੋੜਾ ਜ਼ਿਕਰ ਕਰ ਦਵਾਂ। 6 ਪੋਹ ਦੀ ਰਾਤ ਨੂੰ ਜਦੋਂ ਕਿਲ੍ਹਾ ਛੱਡਦੇ ਨੇ ਨਾ, ਤੇ ਸਰਸਾ ਨਦੀ ਦਾ ਵਿਛੋੜਾ ਹੁੰਦਾ ਹੈ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ 7 ਪੋਹ ਦੀ ਰਾਤ ਗੁਜ਼ਾਰਦੇ ਨੇ ਚਮਕੌਰ ਦੀ ਗੜੀ, ਤੇ ਸਾਹਿਬਜ਼ਾਦੇ ਕੁੰਮੇ ਮਾਸ਼ਕੀ ਦੀ ਛੰਨ ਦੇ ਵਿੱਚ ਰਾਤ ਗੁਜ਼ਾਰਦੇ ਨੇ। 8 ਪੋਹ ਦੀ ਰਾਤ ਸਾਹਿਬਜ਼ਾਦੇ ਗੰਗੂ ਦੀ ਘਰ ਦੇ ਵਿੱਚ ਗੁਜ਼ਾਰਦੇ ਨੇ, ਖੇੜੀ ਸਹੇੜੀ। 9 ਪੋਹ ਦੀ ਰਾਤ ਨੂੰ ਮਰਿੰਡੇ गिरफ्तार करवा दिंदा है। चंद मोहरा खातर लालच आ गया, मैं तां कहंदी अजे सो नाम समुंदर में। रसोईया सी गुरु गोबिंद सिंह महाराज दे घर दा, चंद मोहरा वेखियां, लालच बिरती, हंकार, लोभ आ गया ना जी। ते 7-8 पोह दी रात नूं गुरु गोबिंद सिंह महाराज दे बच्चे 6 पोह दी रात नूं वाहिगुरू, 7 पोह दी रात नूं गंगू खेड़ी इत्थे कुम्मे माशकी दी शन च, 8 पोह दी रात नूं गंगू दे, 9 ਪੋਹ ਦੀ ਰਾਤ ਨੂੰ ਮਰਿੰਡੇ, ਤੇ 10 11 12 ਇਹ ਜਿਹੜੀਆਂ 3 ਰਾਤਾਂ ਨੇ ਸਰਹੰਦ ਗੁਜ਼ਾਰਦੇ ਨੇ, ਪੇਸ਼ੀਆਂ ਹੁੰਦੀਆਂ ਨੇ। 13 ਪੋਹ ਨੂੰ ਗੁਰੂ ਸਾਹਿਬਜ਼ਾਦਿਆਂ ਦੀ, ਛੋਟੇ ਸਾਹਿਬਜ਼ਾਦਿਆਂ ਦੀ ਵਾਹਿਗੁਰੂ ਸ਼ਹੀਦੀ ਹੁੰਦੀ ਹੈ, ਨੀਹਾਂ ਦੇ ਵਿੱਚ ਚੁਣਿਆ ਜਾਂਦਾ ਹੈ। ਇੱਕ ਸ਼ੇਰ ਪੜ੍ਹ ਕੇ ਮੈਂ ਸਮਾਪਤੀ ਕਰ ਦੇਵਾਂ। ਮਾਤਾ ਗੁਜਰ ਕੌਰ ਜੀ ਦਾ ਦਿਲ ਦਾ ਵਲਵਲਾ ਜਿਹੜਾ ਉਹਨਾਂ ਨੇ ਜ਼ਾਹਿਰ ਕੀਤਾ ਹੈ, ਉਹ ਕਹਿੰਦੇ, आओ बेटा जाने से पहले गले लगा तो लूं, केसों में कंघी करूं, जरा मुंह दुला तो लूं, नन्हे से सरों पर कलगी सजा तो लूं, जाने से पहले तुमको दुल्हा बना तो लूं। उत्थे सब कुछ वापरिया होया, ते ये कोई शेक्सपीयर दा नावल नहीं, ये कोई एकांगी नहीं, ये कोई नाटक नहीं प्यारिओ,
ਇਹ ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਸਭ ਕੁਝ ਵਾਪਰਿਆ ਹੈ। ਪਿੰਡੇ ਤੇ ਹੰਡਾਇਆ ਗੁਰੂ ਗੋਬਿੰਦ ਸਿੰਘ ਜੀ ਨੇ, ਪਿੰਡੇ ਤੇ ਹੰਡਾਇਆ ਹੈ। ਇਹ ਕੋਈ ਨਾਟਕ ਨਹੀਂ ਜੇ। ਤੇ ਮੈਂ ਫਿਰ ਇਹ ਹੱਥ ਜੋੜ ਕੇ ਬੇਨਤੀ ਕਰਾਂ, ਸਮਾਂ ਹੋ ਗਿਆ। ਇਤਿਹਾਸ ਸੁਣਨ ਨੂੰ ਚੰਗਾ ਲੱਗਦਾ ਹੈ, ਕੰਨ ਰਸ ਬਣਦਾ ਹੈ, ਪਰ ਇਤਿਹਾਸ ਇਕੱਲਾ ਸੁਣਨ ਦੇ ਲਈ ਨਹੀਂ ਹੁੰਦਾ, ਇਤਿਹਾਸ ਸਿੱਖਣ ਦੇ ਲਈ ਹੁੰਦਾ ਹੈ। ਇਤਿਹਾਸ ਤੋਂ ਸਿੱਖੀਏ, ਉਹਨਾਂ ਸਾਹਿਬਜ਼ਾਦਿਆਂ ਵੱਲ ਵੇਖੀਏ ਜਿਨ੍ਹਾਂ ਨੇ ਕਿਹਾ कि हम अपनी जान दे के औरों की जान बचा चले, सिक्खी की नींव हम है सरों पर उठा चले, गुरियाई का है किस्सा जहां में बना चले, सिंहों की सल्तनत का हम पौधा लगा चले। ते फिर गुरु गोबिंद सिंह महाराज दा नाम भुल्लो क्या होया कि इन पुत्रन के शीस पर वार दिए सुत चार, चार मुए तो क्या हुआ जीवत कई हजार, जब रग खालसा रहे न्यारा, तब लग तेग द्यूं मैं सारा, जब है गहे विप्रन की रीत, मैं न करूं उनकी प्रीत। याद रखो गुरु गोबिंद सिंह महाराज दे बचन कि गुरु ग्रंथ साहब तो इलावा सिख किते सज्जे कव्वे सिर ना झुकावे। गुरु गोबिंद सिंह महाराज कहंदे जागत जोत जपै निसबासर, एक बिना मन नैक न आनै, पूर्ण प्रेम प्रति सजै ब्रत, गोड़ मड़ी मठ भूल ना माने। किसे पिछे लगन की लोड़ नहीं, किते कोई मौली बंधन की लोड़ नहीं, किते कोई धागे बेरियां बंधने, किते कोई टिक्के लवाउण की लोड़ नहीं। अपनी सुरत नूं उच्चियां चुक के धन गुरु गोबिंद सिंह महाराज के चरनां दे विच अरदास करया करो, सच्चे पातशाह तेरी निभ गई, किरपा कर साडी निभ जावे। अरदास करया करो, हम मैले तुम उज्जल करते, हम निर्गुण तू दाता, हम मूर्ख तुम चतुर सियाणे, तू सर्व कला का ज्ञाता। माधव हम ऐसे तू ऐसा, हम पापी तुम पाप खंडन नीको ठाकुर दिसा। तुम सब साजे साज नवाजे, जियो पिंड दे प्राणा, हम निर्गुण यारे गुण नहीं कोई, तुम दान देहो मेरे वाना। बहुत बहुत धन्यवाद समूह संगत दा। फैडरेशन दा जिहड़ी आरंभ हुई है, सिख यूथ फैडरेशन फाउंडेशन, वाहिगुरू इन्हां दा भी बहुत बहुत धन्यवाद। समूह प्रबंधक कमेटी का धन्यवाद जिन्हां ने रब वर्गे स्रोतियां संगत के सामने जोड़े झाड़न लई दास नूं जिहड़ा समा दिता है। बहुत भुल्लां हो गई, इतिहास कहने हैं, बाणी पढ़दे हैं, आप माफ़ कर दिओ, भुल्लां दास की झोली विच पा दिओ। श्रोमणी गुरुद्वारा प्रबंधक कमेटी वालों दिल्ली दे विच दास की ड्यूटी लगी है, दिल्ली NCR का एरिया, और किसी भी तरह का कोई फ्री लिटरेचर चाहिए होवे ते जदों तुसीं रकाबगंज साहब जाते हो ना, तो बैक साइड श्रोमणी अकाली दल जिहड़ा दफ्तर है उहदे उपर सिख मिशन बनया होया SGPC का, उत्थे दास की ड्यूटी, रहायश भी उत्थे उत्थे रही दी है। वैसे तो उदा पंजाब तो खडूर साहब एरिया है, और जरूर पंजाब के गुरुद्वारा साहिबाना दर्शन करया करो, खडूर साहब भी जरूर जाया करो। बाबा सेवा सिंह जी कार सेवा खडूर साहब वाले, उन्होंने कोल सारी तलीम दास ने हासिल की सी। और एक बचन आउंदा है सियाणियां दा, कहंदे जिहड़ा जा ना सके हजूर साहब वो वेख ले खडूर साहब। खडूर साहब बहुत बड़ी रमणीक जगह है, दरबार साहब जाया करो। अपने बच्चियां नूं बाणी पढ़ाओ, पंजाबी पढ़ाओ, पंजाबी सीखो, पंजाबी बोलो, पंजाबी बुलाओ। परिवार दे विच जरूर पंजाबी बोलिया करो। मैनूं बड़ा दुख हुंदा जदों एक सिख दे नाल हिंदी दे विच गल कर रहा हुंदा। ਅਸੀਂ पंजाबी हाँ, साड़ी पहचान है पंजाबी, साड़ी नींह है पंजाबी। सानू पंजाबी ने तुरना सिखाया, सानू चलना सिखाया, साड़ी पहचान सानू पंजाबी ने दिती है। किसी अहुदे ते चले जाओ, हथ जोड़ के गुजारिश जे कदे अपनी पहचान ना भुल्लिओ। तुहाडी पहचान तुहाडे चेहरे ते शोभदा होया दाड़ा, तुहाडी बोली, तुहाडा ये संस्कार, ये रीति रिवाज, साडे संस्कार अकाल पुरख वाहिगुरू बख्शिश करे। समूह संगत का धन्नवाद, समूह प्रबंधक कमेटी का धन्नवाद, बहुत बहुत धन्नवाद। फतेह बुलाओ जी। वाहिगुरू जी का खालसा, वाहिगुरू जी की फतेह। वाहिगुरू जी का खालसा, वाहिगुरू जी की फतेह। हार्दिक धन्यवाद है ज्ञानी जी का। श्रोमणी गुरुद्वारा प्रबंधक कमेटी के प्रचारक ज्ञानी प्रभ सिंह जी, शब्द गुरु तेग बहादुर साहब जी का सोरठ राग विच, जो नर दुख मैं दुख नहीं माने,
सुख स्नेह अर पै नहीं जाके, कंचन माटी माने रहाओ। नह निंद्या नह उस्तत जाके, लोभ मोह अभिमाना, हर्क सोगते रहे नियारो। नाहे मान अपमाना, आसा मनसा सगल त्यागे, जगते रहे निराशा। काम क्रोध जय परसे नाहन, तेह घट ब्रह्म निवासा। गुर कृपा जह नर को कीनी, तेह एह जुगत पछानी। नानक लीन भयो को बिनस्यों, ज्यों पानी संग पानी। इस शब्द की टेक लैके ते गुरु गोबिंद सिंह साहब जी महाराज का लखते जिगर, उन्होंने जीवन इतिहास उसकी व्याख्या सारी कर रहे सन। बहुत बहुत धन्यवाद है उन्होंने इन्होंने दिनों के विच जो कुछ सिख इतिहास के विच वापरिया है, उल लासानी शहादतों के बारे बहुत प्यारे शब्दों के विच इतिहास श्रवण करवाया। बहुत बहुत धन्यवाद है। फाउंडेशन वालों एक मोमेंट उन्होंने भेंट कर रहे हैं। बोले सो निहाल। वाहेगुरु जी का खालसा, वाहेगुरु जी की फतेह। ਹੁਣ ਸਾਡੇ ਵਿੱਚ बहुत ही प्यार वाले सत्कारित भाई साहब भाई सरबजीत सिंह जी